ਸਾਡੇ ਮਨੁੱਖੀ ਜਾਮੇ ਦਾ ਪ੍ਰਯੋਜਨ ਹੈ। ਬਿਨਾਂ ਪ੍ਰਯੋਜਨ ਤੋਂ ਜੀਵਨ ਬਤੀਤ ਕਰਨਾ ਇਉਂ ਹੈ ਜਿਵੇਂ ਯਾਤਰਾ ਤਾਂ ਕਰ ਰਹੇ ਹਾਂ ਪਰ ਕੋਈ ਟਿਕਾਣਾ ਨਹੀਂ ਹੈ, ਮੰਜ਼ਿਲ ਨਹੀਂ ਹੈ, ਕੇਵਲ ਭਟਕਣ ਹੈ। ਤੋ ਆਪਣੇ ਜੀਵਨ ਦੇ ਪ੍ਰਯੋਜਨ ਨੂੰ ਆਪ ਜੀ ਸਿੱਧ ਕਰ ਰਹੇ ਹੋ। ਵੱਡੇ ਭਾਗ ਨੇ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਨ ਤੇ ਸੁਣਨ ਦਾ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਨਿਰੰਕਾਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ। ਸੁਣਨ ਵਾਲੇ ਸਰੋਤਿਆਂ ਦੇ ਚਰਨਾਂ ਤੇ ਨਮਸਕਾਰ ਹੈ, ਜਿਹੜੇ ਬੜੇ ਪਿਆਰ ਨਾਲ, ਸਤਿਕਾਰ ਨਾਲ, ਭਾਵਨਾ ਨਾਲ ਸਤਿਗੁਰੂ ਜੀ ਦੀ ਇਸ ਅੰਮ੍ਰਿਤਮਈ ਕਥਾ ਨੂੰ ਸਰਵਣ ਕਰਦੇ ਹਨ। ਇਤਨਾ ਪ੍ਰੇਮ ਹੈ ਗੁਰੂ ਕਥਾ ਨਾਲ। ਬਾਰੰਬਾਰ ਨਮਸਕਾਰ ਕਰਨ ਨੂੰ ਚਿੱਤ ਕਰਦਾ ਹੈ ਉਹਨਾਂ ਗੁਰਸਿੱਖਾਂ ਦੇ ਚਰਨਾਂ ਤੇ, ਜਿਹੜੇ ਗੁਰਸਿੱਖ ਗੁਰੂ ਸਾਹਿਬ ਜੀ ਦੀ ਕਥਾ ਸੁਣਨ ਦਾ ਨੇਮ ਬਣਾ ਕੇ ਰੱਖਦੇ ਹੈ। ਬਿਨਾਂ ਨਾਗੇ ਤੋਂ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਨੂੰ ਸਰਵਣ ਕਰਦੇ ਹਨ। ਇਹ ਵੀ ਨੇਮ ਹੈ ਗੁਰੂ ਖਾਲਸਾ ਜੀ, ਇਹ ਸਰਵਣ ਭਗਤੀ ਹੈ ਜਿਹੜੀ ਤੁਸੀਂ ਕਰਦੇ ਹੋ। ਨਵਦਾ ਭਗਤੀ ਵਿੱਚੋਂ 9 ਪ੍ਰਕਾਰ ਦੀ ਭਗਤੀ ਚੋਂ ਇੱਕ ਭਗਤੀ ਸਰਵਣ ਭਗਤੀ ਹੈ। ਇਹ ਸਰਵਣ ਭਗਤੀ ਹੈ ਜੋ ਆਪ ਜੀ ਕਰਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਨਕਾਣਾ ਸਾਹਿਬ ਦੇ ਵਾਸੀਆਂ ਨੂੰ ਆਤਮ ਗਿਆਨ ਦਾ ਉਪਦੇਸ਼ ਦੇ ਕੇ ਨਿਵਾਜਿਆ ਔਰ ਨਨਕਾਣਾ ਸਾਹਿਬ ਤੋਂ ਪਾਤਸ਼ਾਹ ਜੀ ਨੇ ਜੀਵਾਂ ਦੇ ਭਲੇ ਵਾਸਤੇ, ਕਲਿਆਣ ਕਰਨ ਨਿਮਿਤ ਤੀਰਥਾਂ ਦੇ ਉੱਤੇ ਜਾਣ ਵਾਸਤੇ ਵਿਚਾਰ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰਕੈ ਮੂਰਤ ਹੈ ਜਗ ਆਇਓ। ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਜਿਸ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਰੂਪ ਹੋ ਕੇ ਮਾਨਵੀ ਸਰੀਰ ਧਾਰਨ ਕਰਕੇ ਸੰਸਾਰ ਵਿੱਚ ਆ ਕੇ ਸਾਡੇ ਵਰਗੇ ਜੀਵਾਂ ਨੂੰ ਦਰਸ਼ਨ ਦਿਦਾਰੇ ਬਖਸ਼ੇ ਹਨ। ਸਰਵਣ ਕਰੀਏ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ। ਹਾਜ਼ਰੀਆਂ ਲਵਾਈਏ, ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਪੂਰਨ ਦੇਖਿਓ ਆਤਮਾ, ਦ્વੈਤ ਹੈ ਸਰਬ ਨਿਵਾਰ। ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਦ્વੈਸ਼ ਨੂੰ ਦੂਰ ਕਰਕੇ ਪਾਰ ਬ੍ਰਹਮ ਪਰਮੇਸ਼ਰ ਦੀ ਆਤਮਾ ਨੂੰ ਸਾਰਿਆਂ 'ਚ ਪਰਿਪੂਰਨ ਵੇਖਿਆ, ਜਿਸ ਤਰ੍ਹਾਂ ਕਹਿ ਲਈਏ ਜਿਨ੍ਹਾਂ ਦੀ ਦ੍ਰਿਸ਼ਟੀ ਐਸੀ ਬਣ ਗਈ ਹੈ ਕਿ ਜੈ ਜੈ ਵੇਖੋ ਤਹ ਹਜੂਰ, ਦੂਰ ਕਤੋ ਨਾ ਜਾਈ, ਰਬ ਰਹੇ ਸਰਬੱਤਰ ਮੈਂ ਮਨ ਸਦਾ ਧਿਆਈ। ਜਿਨ੍ਹਾਂ ਦੀ ਇਹ ਦ੍ਰਿਸ਼ਟੀ ਹੈ ਕਿ ਸੰਸਾਰ ਦੇ ਸਮਸਤ ਜੀਵਾਂ ਵਿੱਚ ਪ੍ਰਮਾਤਮਾ ਦੀ ਆਤਮਾ ਨੂੰ ਵੇਖ ਲਿਆ ਔਰ ਆਪਣੇ ਹਿਰਦੇ ਚੋਂ ਦ્વੈਤ ਦਾ ਦ્વੈਸ਼ ਆ ਜਿਹੜਾ ਪੜਦਾ ਉਹਨੂੰ ਪਾਸੇ ਕਰ ਦਿੱਤਾ, ਦੂਰ ਕਰ ਦਿੱਤਾ ਹੈ। ਭਏ ਸ਼ਾਂਤ ਮਨ ਸੰਤ ਜੀ, ਤਿਨ ਪਦ ਨਮੋ ਹਮਾਰ। ਜਿਹੜੇ ਸੰਤ ਜਨ ਹਿਰਦੇ ਕਰਕੇ ਸ਼ਾਂਤ ਹੋ ਗਏ ਨੇ, ਐਸੇ ਸੰਤ ਜਿਨ੍ਹਾਂ ਨੇ ਦ્વੈਤ ਦੂਰ ਕਰ ਦਿੱਤੀ ਹੈ, ਜਿਨ੍ਹਾਂ ਨੇ ਪਰਮਾਤਮਾ ਦੀ ਆਤਮਾ ਨੂੰ ਸਰਬ ਥਾਈਂ ਭਰਪੂਰਨ ਕਰਕੇ ਵੇਖ ਲਿਆ, ਐਸੇ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਨੇ, ਉਹਨਾਂ ਸੰਤ ਜਨਾਂ ਦੇ ਚਰਨਾਂ ਤੇ ਮੇਰੀ ਪ੍ਰਣਾਮ ਹੈ, ਨਮਸਕਾਰ ਹੈ। ਐਸਾ ਵੀ ਮੰਗਲ ਕਰਦੇ ਆ ਮਹਾਂਪੁਰਸ਼ਾਂ ਦਾ। ਸਤਿਗੁਰ ਸ਼ਬਦ ਕਮਾਏ ਜੇਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ।
ਸਿਰ ਚਰਨਨ ਪਰ ਧਾਰ। ਜਿਨ੍ਹਾਂ ਮਹਾਂਪੁਰਸ਼ਾਂ ਗੁਰ ਸਿੱਖਾਂ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰ ਦੇ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ ਹੈ, ਐਸੇ ਸੰਤ ਜਨਾਂ ਦੇ ਚਰਨਾਂ ਦੇ ਸੀਸ ਧਰ ਕੇ ਨਮਸਕਾਰ ਹੈ, ਬੰਦਨਾ ਹੈ। ਸ੍ਰੀ ਬਾਲਾ ਸੰਧੂਰ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਹਨ। ਚੌਪਈ ਹਿਤ ਤੀ ਅਨੇਕਾਂ ਨੂੰ ਕਿਰਤ ਕਰਨ ਕਿਰਤਾਰਥ ਮੈਂ ਕੁਰ ਖੇਤਰ ਮਹਿ ਆਏ। ਚਲਦਿਆਂ ਚਲਦਿਆਂ ਗਰੀਬ ਨਵਾਜ ਸਾਹਿਬ ਜੀ ਕੁਰੂਕਸ਼ੇਤਰ ਚੱਲ ਕੇ ਆਏ ਹਨ। ਵੈਸੇ ਏਕ ਤਾਨ ਮਨ ਪਾਏ। ਰਣੀਕ ਥਾਨ ਵੇਖ ਕੇ ਜਿਹੜੀ ਜਗ੍ਹਾ ਦੇ ਭਾਗ ਜਾਗਣੇ ਸੀ ਕੁਰੂਕਸ਼ੇਤਰ ਵਿੱਚ, ਉਸ ਸਵੱਲੇ ਥਾਂ ਤੇ ਆਣ ਕੇ ਸਤਿਗੁਰੂ ਜੀ ਬੈਠੇ ਹਨ। ਸੂਰਜ ਪਰਬ ਹੁਤੋ ਤਿਹ ਕਾਲਾ। ਜਦੋਂ ਸਤਿਗੁਰੂ ਜੀ ਕੁਰੂਕਸ਼ੇਤਰ ਆਏ, ਸੂਰਜ ਗ੍ਰਹਿਣ ਦਾ ਮੇਲਾ ਸੀ ਕੁਰੂਕਸ਼ੇਤਰ 'ਚ ਲੱਗਾ ਹੋਇਆ। ਬ੍ਰਹਮ ਸਰੋਵਰ ਦੇ ਕੰਢੇ ਤੇ ਹੁਣ ਵੀ ਸੂਰਜ ਗ੍ਰਹਿਣ ਬੜਾ ਵੱਡਾ ਮੇਲਾ ਲੱਗਦਾ ਹੈ। ਬਹੁਤ ਸਾਰੇ ਲੋਕ ਸੂਰਜ ਗ੍ਰਹਿਣ ਦੇ ਵੇਲੇ ਤੇ ਇੱਥੇ ਹਾਜ਼ਰੀਆਂ ਭਰਦੇ ਹਨ। ਤੋ ਜਦੋਂ ਸਤਿਗੁਰੂ ਜੀ ਆਏ, ਸੂਰਜ ਗ੍ਰਹਿਣ ਦਾ ਮੇਲਾ ਲੱਗਾ ਹੋਇਆ ਹੈ। ਮੇਲਾ ਇਕੱਠੋ ਭਇਓ ਵਿਸਾਲਾ। ਬੜਾ ਵੱਡਾ ਮੇਲਾ ਇਕੱਠਾ ਹੈ। ਅਕਸਰ ਸਤਿਗੁਰੂ ਜੀ ਵੱਡਿਆਂ ਵੱਡੇ ਮੇਲਿਆਂ ਤੇ ਹਾਜ਼ਰੀ ਭਰਿਆ ਕਰਦੇ ਸਨ। ਇਹਦਾ ਕਾਰਨ ਸੀ ਕਿ ਮੇਲਿਆਂ ਤੇ ਆਈਆਂ ਹੋਈਆਂ ਹਜ਼ਾਰਾਂ ਸੰਗਤਾਂ, ਹਜ਼ਾਰਾਂ ਲੋਕਾਂ ਤੱਕ ਸਤਿਗੁਰਾਂ ਦਾ ਸੁਨੇਹਾ ਪਹੁੰਚਦਾ ਸੀ। ਜੇ ਇੱਕਾ ਦੁੱਕਾ ਬੰਦਿਆਂ ਨਾਲ ਗੱਲ ਕਰੋਗੇ, 2-4 ਦਾ 20 ਬੰਦਿਆਂ 'ਚ ਫੈਲੇਗੀ। ਜੇ ਉਹੀ ਗੱਲ 1000 ਬੰਦੇ 'ਚ ਕਰੋਗੇ ਤੇ ਫਿਰ ਉਹ 10,000 'ਚ ਫੈਲੇਗੀ। ਇਸ ਕਰਕੇ ਸਤਿਗੁਰੂ ਜੀ ਅਕਸਰ ਮੇਲਿਆਂ ਤੇ ਵੀ ਆਪਣੇ ਸਨ। ਤੋ ਕੁਰੂਕਸ਼ੇਤਰ ਆਏ ਨੇ, ਬੜਾ ਵੱਡਾ ਮੇਲਾ ਲੱਗਾ ਹੋਇਆ ਹੈ। ਵਿਜਯਾਦਿਕ ਜੇ ਚਾਰੋਂ ਵਰਨੇ। ਜਿਹੜੇ 4 ਵਰਣ ਨੇ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਇਹ 4 ਲੋਕ ਨੇ ਇੱਥੇ ਆਏ ਹੋਏ ਨੇ। ਆਵਤ ਬੇਹਿਤ ਮੱਜਨ ਕਰਨੇ। ਔਰ ਮੱਜਨ ਕਰਨ ਵਾਸਤੇ ਬ੍ਰਹਮ ਸਰੋਵਰ ਜਿਹੜਾ ਵੱਡਾ ਤੀਰਥ, ਉੱਥੇ ਇਸ਼ਨਾਨ ਕਰਨ ਵਾਸਤੇ ਲੋਕ ਆਏ ਹੋਏ ਨੇ। ਆਸ਼ਰਮ ਹੈ ਗ੍ਰਹਿਤ ਆਦਿਕ ਦੇਉ। ਆਸ਼ਰਮਾਂ ਦੇ ਲੋਕ, 4 ਵਰਣਾਂ ਦੇ ਲੋਕ, 4 ਆਸ਼ਰਮਾਂ ਦੇ ਲੋਕ। ਜਿਹੜੇ 4 ਵਰਣ ਬਣਾਏ, ਇਹਨਾਂ ਦੀ ਮਾਨਤਾ ਹੈ ਬ੍ਰਾਹਮਣਾਂ ਦੀ ਕਿ ਜਿਹੜੇ ਬ੍ਰਾਹਮਣ ਨੇ ਇਹ ਬ੍ਰਹਮਾ ਮੁਖ ਤੋਂ ਪੈਦਾ ਹੋਏ ਹੈ। ਜਿਹੜੇ ਖੱਤੀ ਨੇ ਬ੍ਰਹਮਾ ਜੀ ਦੀਆਂ ਬਾਹਾਂ ਤੋਂ ਪੈਦਾ ਹੋਏ ਨੇ। ਜਿਹੜੇ ਵੈਸ਼ ਨੇ ਇਹ ਪੱਟਾਂ ਤੋਂ ਪੈਦਾ ਹੋਏ, ਔਰ ਜਿਹੜੇ ਸ਼ੂਦਰ ਨੇ ਇਹ ਪੈਰਾਂ ਤੋਂ ਪੈਦਾ ਹੋਏ ਨੇ। ਹੁਣ ਜਿਹੜੇ ਪੈਰਾਂ ਤੋਂ ਪੈਦਾ ਹੋਏ ਉਹਨਾਂ ਸ਼ੂਦਰਾਂ ਨੂੰ ਇਹਨੇ ਮਾੜਾ ਕਿਹਾ। ਜਿਹੜੇ ਪੱਟਾਂ ਤੋਂ ਪੈਦਾ ਹੋਏ ਉਹਨਾਂ ਨੂੰ ਥੋੜਾ ਜਿਹਾ ਹੋਰ ਉੱਪਰ ਵੀ ਮਾੜੇ ਨੇ। ਜਿਹੜੇ ਮੁਖ ਚੋਂ ਪੈਦਾ ਹੋਏ ਉਹਨਾਂ ਨੂੰ ਆਪਣੇ ਆਪ ਨੂੰ ਇਹਨਾਂ ਨੇ ਬ੍ਰਾਹਮਣਾਂ ਨੇ ਸ੍ਰੇਸ਼ਟ ਸਦਾਇਆ। ਜੇ ਮੰਨ ਲਓ ਇੱਕੋ ਬ੍ਰਹਮਾ ਦੇ ਸਰੀਰ ਤੋਂ ਹੀ ਸਾਰੇ ਪੈਦਾ ਹੋਏ ਨੇ ਤੇ ਫਿਰ ਫਰਕ ਕਾਹਦਾ ਭਾਈ? ਇਹਦਾ ਮਤਲਬ ਵੀ ਬ੍ਰਹਮਾ ਜੀ ਦੇ ਜਿਹੜੇ ਪੈਰ ਨੇ, ਚਰਨ ਨੇ, ਉਹ ਇੰਨੇ ਮਾੜੇ ਆ ਵੀ ਤੁਸੀਂ ਉਹਨਾਂ ਚੋਂ ਪੈਦਾ ਹੋਏ ਸ਼ੂਦਰਾਂ ਨੂੰ ਆਪਣੇ ਮੰਦਿਰਾਂ 'ਚ ਬਹਿ ਕੇ ਭਗਤੀ ਨਹੀਂ ਕਰਨ ਦਿੰਦੇ। ਏਦਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਬ੍ਰਹਮ ਸਮਾਜ ਨੇ ਘੜੀਆਂ ਹੋਈਆਂ ਸਨ। ਤੋ ਖੈਰ 4 ਵਰਣਾਂ ਦੇ ਲੋਕ ਤੇ 4 ਹੀ ਆਸ਼ਰਮਾਂ ਦੇ ਲੋਕ ਉਹ ਇੱਥੇ ਕੁਰੂਕਸ਼ੇਤਰ ਦੇ ਮੇਲੇ ਤੇ ਆਏ ਹੋਏ ਨੇ। ਆਵਤ ਭੇ ਚਾਰੋਂ ਮਿਲਤੇਉ। ਸਾਰੇ ਹੀ ਮਿਲ ਕੇ ਆਏ ਹੋਏ ਨੇ। ਖਟ ਦਰਸ਼ਨ ਤੇ ਆਦ ਜੇ ਔਰਾ। ਜਿਹੜੇ 6 ਦਰਸ਼ਨਾਂ ਦੇ 6 ਸ਼ਾਸਤਰਾਂ ਦੇ ਭੇਖ ਵਾਲੇ ਸਨ, ਚਾਹੇ ਉਹ ਮੀਮਾਂਸਾ ਵਾਲੇ ਨੇ, ਚਾਹੇ ਉਹ ਸਾਂਖ ਦਰਸ਼ਨ ਵਾਲੇ ਨੇ, ਚਾਹੇ ਉਹ ਨਿਆਏ ਵਾਲੇ ਨੇ, ਚਾਹੇ ਉਹ ਯੋਗ ਵਾਲੇ ਨੇ, ਤੇ ਚਾਹੇ ਉਹ ਵੇਦਾਂਤ ਵਾਲੇ ਨੇ। 6 ਦੇ 6 ਸ਼ਾਸਤਰਾਂ ਦੇ ਧਾਰਨੀ, ਜਿਹੜੇ 6 ਭੇਖਾਂ ਦੇ ਧਾਰਨੀ ਹਨ, ਉਹ ਵੀ ਇੱਥੇ ਆਏ ਹੋਏ ਨੇ। ਪੂਰਬ ਕਰਨ ਆਏ ਤੇ ਠੌਰਾ। ਇਹ ਵੀ ਪੁਰਬ ਮਨਾਉਣ ਵਾਸਤੇ ਕਿ
ਸੂਰਜ ਗ੍ਰਹਿਣ ਦਾ ਪ੍ਰਭ ਹੈ, ਉਹ ਮਿਲਾਉਣ ਵਾਸਤੇ ਆਏ ਹਨ। ਸ੍ਰੀ ਨਾਨਕ ਠਾਨੀ ਮਨ ਐਸੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਚਾਰ ਕੀਤੀ, ਸੋ ਚਰਚਾ ਕਰੀਏ ਕੈਸੇ। ਇਹਨਾਂ ਦੇ ਨਾਲ ਕਿਸੇ ਤਰੀਕੇ ਚਰਚਾ ਕਰੀਏ, ਗੋਸ਼ਟੀ ਕਰੀਏ, ਕਿਉਂਕਿ ਵਿਚਾਰ ਗੋਸ਼ਟੀ ਨਾਲ, ਵਿਚਾਰਾਂ ਦੇ ਆਦਾਨ ਪ੍ਰਦਾਨ ਨਾਲ ਪਤਾ ਲੱਗਦਾ ਹੈ। ਤੋ ਸਤਿਗੁਰੂ ਜੀ ਨੇ ਇਹਨਾਂ ਨਾਲ ਗੋਸ਼ਟੀ ਕਰਨ ਵਾਸਤੇ ਵਿਚਾਰ ਕੀਤੀ। ਪੰਡਤ ਬੜੇ ਦੇ ਜਿਨ ਗਰਬਾ, ਬੜੇ ਬੜੇ ਵੱਡੇ ਪੰਡਤ ਜਿਨ੍ਹਾਂ ਦੇ ਮਨਾਂ ਵਿੱਚ ਆਪਣੀ ਪੜ੍ਹੀ ਹੋਈ ਵਿਦਿਆ ਦਾ ਮਾਣ ਸੀ, ਆਪਣੀ ਪੜ੍ਹੀ ਹੋਈ ਵਿਦਿਆ ਦਾ ਹੰਕਾਰ ਸੀ। ਕਿਉਂਕਿ ਅਕਸਰ ਪੜ੍ਹ ਕੇ ਬੰਦੇ ਹੰਕਾਰੀ ਹੋ ਜਾਂਦੇ ਵੀ ਮੇਰੇ ਜਿਹਾ ਪੜ੍ਹਿਆ ਨਹੀਂ ਕੋਈ ਹੋਣਾ। ਉਹਨਾਂ ਬਾਬਤ ਮਹਾਰਾਜ ਜੀ ਦੇ ਬਚਨ ਨੇ ਪੜ੍ਹਿਆ ਮੂਰਖ ਆਖੀ ਹੈ। ਇਹੋ ਜਿਹੇ ਪੜ੍ਹੇ ਹੋਏ ਨੂੰ ਮੂਰਖ ਕਿਹਾ ਜਾਂਦਾ ਹੈ, ਜਿਹੜਾ ਪੜ੍ਹ ਕੇ ਆਪਣੇ ਹਿਰਦੇ 'ਚ ਹੰਕਾਰ ਧਾਰਨ ਕਰ ਲਵੇ। ਏਦਾਂ ਦੇ ਜਿਹੜੇ ਹੰਕਾਰੀ ਪੰਡਤ ਸਨ ਉਹ ਇੱਥੇ ਆਏ ਹੋਏ ਨੇ। ਮਾਨੀ ਸੰਨਿਆਸੀ ਜੇ ਸਰਬਾ, ਬੜੇ ਬੜੇ ਸੰਨਿਆਸੀ ਜਿਨ੍ਹਾਂ ਦੇ ਮਨ ਵਿੱਚ ਮਾਣ ਹੈ, ਜਿਨ੍ਹਾਂ ਦੇ ਮਨ 'ਚ ਗਰੂਰ ਹੈ ਕਿ ਅਸੀਂ ਸੰਨਿਆਸੀ ਹਾਂ, ਉਹ ਮਾਨੀ ਹੰਕਾਰੀ ਸੰਨਿਆਸੀ ਆਏ ਹੋਏ ਨੇ। ਇੱਕ ਸਥਾਨ ਮੈਂ ਕੀਨੋ ਆਸਨ, ਸਤਿਗੁਰੂ ਜੀ ਇਹਨਾਂ ਸਾਰਿਆਂ ਦਾ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਸਾ ਗਏ, ਬੈਠ ਗਏ, ਰਬਾਬ ਦੀ ਤੰਦੀ ਛੇੜੀ ਹੈ, ਔਰ ਰਬਾਬ ਦੀਆਂ ਤੰਤੀਆਂ ਛੇੜ ਕੇ ਬੜੇ ਪਿਆਰ ਸਹਿਤ ਭਾਈ ਮਰਦਾਨਾ ਜੀ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਗਾਇਨ ਕਰਨ ਲੱਗੇ। ਮਹੁਰ ਰਾਗ ਸੁਰ ਅਨੁਰਾਗਾ, ਬੜਾ ਮਧੁਰ ਪਿਆਰਾ ਠਾ ਰਾਗ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਗਾਇਨ ਕੀਤਾ ਹੈ। ਖਾਲਸਾ ਜੀ ਗੁਰਬਾਣੀ ਰਾਗਾਂ ਵਿੱਚ ਗਾਇਨ ਕੀਤੀ ਜਾਏ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਹਿਰਦੇ ਤੇ, ਕਿਉਂਕਿ ਸਤਿਗੁਰੂ ਜੀ ਸਾਰੀ ਬਾਣੀ ਇੱਕ ਓੰਕਾਰ ਤੋਂ 18 10 20 ਤੱਕ ਜਪਜੀ ਸਾਹਿਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਗ ਤੋਂ ਸੁਤੰਤਰ ਰੱਖਿਆ ਹੈ। ਪਾਤਸ਼ਾਹ ਨੇ ਬਾਣੀ ਰਾਗ ਦੇ ਵਿੱਚ ਗਾਇਨ ਕੀਤੀ ਹੈ। ਜਦੋਂ ਰਾਗਾਂ ਦੇ ਵਿੱਚ ਸਤਿਗੁਰਾਂ ਦੀ ਬਾਣੀ ਗਾਈ ਜਾਵੇ ਤਾਂ ਹਿਰਦੇ ਤੇ ਵੱਧ ਅਸਰ ਪਾਉਂਦੀ ਹੈ। ਇਹ ਜਿਹੜੇ ਰਾਗ ਨੇ ਖਾਲਸਾ ਜੀ ਚੇਤਨ ਦੇ ਹਨ, ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਸ਼ਕਤੀਆਂ ਹਨ ਸਾਰੇ ਰਾਗ। ਤਦੇ ਮਹਾਰਾਜ ਜੀ ਨੇ ਬਚਨ ਫਰਮਾਇਆ, ਰਾਗ ਰਤਨ ਪਵਾਰ ਭਰੀਆਂ ਸ਼ਬਦ ਬਣਾਈਆਂ। ਇਹ ਜਿਹੜੀ ਰਾਗਮਾਲਾ ਵਿੱਚ ਸਤਿਗੁਰਾਂ ਨੇ ਰਾਗਾਂ ਦੀ ਮਾਲਾ ਪਰੋਈ ਹੈ, ਇਹ ਸਾਰੇ ਰਾਗ ਮਹਾਰਾਜ ਪਰਮੇਸ਼ਰ ਦੀਆਂ ਸਿਫਤਾਂ ਗਾਇਨ ਕਰਦੇ ਹਨ। ਪੁਨਾਇਓ ਹੰਡੋਲ ਪੰਚ ਸੰਗ ਅਸ਼ਟ ਸੋਤ, ਉਠ ਹੈ ਕਲੋਲ ਗਾਇਨ ਤਾਰ ਮਿਲਾਵਹੀ, ਤੇ ਲੰਗੀ ਦਿਵ ਕਰੀ ਆਈ ਬਸੰਤੀ ਸੰਧੂਰ ਸੁਹਾਈ, ਅਰਸ ਅਹੀਰੀ ਲੈ ਭਾਰਾ ਸੰਗ ਪੰਚੋਂ ਆਰਜ, ਸੁਰਮਨੰਦ ਭਾਸ ਆਏ ਚੰਦਰ ਬਿੰਬ ਮੰਗਲਨ ਸੁਹਾਏ, ਸਸਬਾਨ ਵਿਨੋਦਾ ਗਾਵੇ ਸਰਸਤ ਮੋਦਾ। ਇਹ ਸਾਰੇ ਰਾਗ ਨੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੀਆਂ ਸਿਫਤਾਂ ਗਾਉਂਦੇ ਨੇ। ਭਾਈ ਮਰਦਾਨਾ ਜੀ ਨੇ ਰਾਗ ਗਾਇਆ, ਉਹ ਰਾਗ ਦੇ ਵਿੱਚ ਕੀਰਤਨ ਕੀਤਾ ਹੈ। ਤੇ ਛਿਨ ਇੱਕ ਆਨੀ ਸੁਤਲੀਨੇ, ਹਾਂਸੀ ਦੇ ਇਲਾਕੇ ਦੀ ਇੱਕ ਸੀ, ਰਾਜਾ ਦਾ ਘਰ ਵਾਲਾ ਮਰ ਚੁੱਕਾ ਸੀ। ਉਹ ਰਾਣੀ ਆਪਣੇ ਪੁੱਤਰ ਨੂੰ, ਨੌਜਵਾਨ ਪੁੱਤਰ ਸੀ ਰਾਜਕੁਮਾਰ, ਉਹਨੂੰ ਆਪਣੇ ਨਾਲ ਲੈ ਕੇ ਆਈ ਇਕਟ ਬੰਦਨਾ ਕੀਨੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਹਨੇ ਆਣ ਕੇ ਦਰਸ਼ਨ ਕੀਤੇ, ਵੇਖਿਆ ਕੋਈ ਵਲੀ ਪੁਰਸ਼ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਬਾਣੀ ਪ੍ਰਭਾਵਿਤ ਹੋਈ, ਆਪਣੇ ਪੁੱਤਰ ਸਮੇਤ ਆਣ ਕੇ ਸਤਿਗੁਰਾਂ ਦੇ ਚਰਨਾਂ ਤੇ ਨੇ ਬੰਦਨਾ ਕੀਤੀ, ਮੱਥਾ ਵਾਪਸ ਮਿਲ ਜਾਏ, ਸਾਡਾ ਖੋਇਆ ਹੋਇਆ ਰਾਜ ਸਾਨੂੰ ਪ੍ਰਾਪਤ ਹੋ ਜਾਏ। ਸੁਨ ਤੇ ਸੋ ਕਹਿ ਗੁਰੂ ਕਿਰਪਾਲਾ। ਜਦੋਂ ਇਸ ਤਰ੍ਹਾਂ ਰਾਣੀ ਤੇ ਉਹਦੇ ਲੜਕੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਜਗਤ ਰਾਏ ਨੇ,
ਸੁਣ ਕੇ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬ੍ਰਹਮ ਭੋਜ ਤੁਮ ਕਰਹੋ ਵਿਸ਼ਾਲਾ। ਮਹਾਰਾਜ ਜੀ ਕਹਿੰਦੇ ਰਾਜਕੁਮਾਰ ਨੂੰ ਰਾਜ ਚਾਹੀਦਾ, ਬਚਨ ਲੈਣਾ, ਏਦਾਂ ਕਰ ਫਿਰ ਬ੍ਰਹਮ ਭੋਜ ਕਰ ਇੱਥੇ, ਯਾਨੀ ਕਿ ਲੰਗਰ ਲਾ। ਮੇਲਾ ਬੜਾ ਵੱਡਾ ਲੱਗਾ ਹੈ, ਇਹਦੇ ਵਿੱਚ ਲੰਗਰ ਲਾ ਦੇ। ਤੇ ਬ੍ਰਹਮ ਭੋਜ ਦਾ ਮਤਲਬ ਹੁੰਦਾ ਵੀ ਜਿਹਦੇ 'ਚ ਸਾਰੇ ਹੀ ਆ ਕੇ ਛਕਣ, ਕੋਈ ਵੀ ਆ ਕੇ ਛਕ ਜਾਏ, ਉਹਨੂੰ ਬ੍ਰਹਮ ਭੋਜ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਵੀ ਤੂੰ ਬ੍ਰਹਮ ਭੋਜ ਕਰ, ਯਾਨੀ ਕਿ ਇੱਥੇ ਲੰਗਰ ਲਾ ਦੇ। ਪ੍ਰਾਪਤ ਹੋਇਆ ਹੈ ਰਾਜ ਬਹੌਰੀ। ਹੇ ਰਾਜਕੁਮਾਰ, ਜੇ ਤੂੰ ਇੱਥੇ ਲੰਗਰ ਲਾ ਦੇਂਗਾ ਤੇ ਤੇਰਾ ਖੋਇਆ ਹੋਇਆ ਰਾਜ ਤੈਨੂੰ ਵਾਪਸ ਮਿਲ ਜਾਏਗਾ, ਤੇਰਾ ਖੁਸਿਆ ਹੋਇਆ ਰਾਜ ਤੈਨੂੰ ਪ੍ਰਾਪਤ ਹੋ ਜਾਏਗਾ। ਸੋ ਬੋਲੇ ਤਬ ਦਵੈ ਕਰ ਜੋਰੀ। ਅੱਗੋਂ ਰਾਜਕੁਮਾਰ ਤੇ ਉਹਦੀ ਮਾਂ ਜਿਹੜੀ ਰਾਣੀ ਸੀ, ਉਹਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਭੋਜਨ ਹਿਤ ਹਮ ਪਾਸ ਨਾ ਦਰਬਾਰ। ਮਹਾਰਾਜ ਜੀ ਬ੍ਰਹਮ ਭੋਜ ਕਰਨ ਵਾਸਤੇ ਪੈਸੇ ਚਾਹੀਦੇ ਨੇ, ਲੰਗਰ ਲਾਣਾ, ਇੱਥੇ ਹਜ਼ਾਰਾਂ ਲੋਕ ਫਿਰਦੇ ਨੇ ਮਹਾਰਾਜ, ਉਹਨਾਂ ਨੂੰ ਭੋਜਨ ਛਕਾਉਣਾ ਹੈ। ਭੋਜਨ ਛਕਾਉਣ ਵਾਸਤੇ ਮਹਾਰਾਜ ਜੀ ਮਾਇਆ ਚਾਹੀਦੀ ਤੇ ਪੈਸੇ ਸਾਡੇ ਕੋਲ ਹੈ ਨਹੀਂ। ਕਰਤ ਜੁਧ ਤਹਿ ਕਰਚਿਓ ਸਰਬਾ। ਕਿਉਂਕਿ ਅਸੀਂ ਜੰਗ ਯੁੱਧ ਲੜਦੇ ਹਾਂ, ਆਪਣੇ ਕੋਲ ਜਿੰਨੀ ਪੂੰਜੀ ਸੀ ਉਹ ਖਰਚ ਆਏ ਆ। ਜੰਗਾਂ ਯੁੱਧਾਂ ਤੇ ਪੈਸੇ ਲੱਗਦੇ ਆ, ਬੜਾ ਖਰਚਾ ਹੁੰਦਾ ਹੈ। ਮਹਾਰਾਜ ਜੀ ਸਾਡੇ ਕੋਲ ਜਿੰਨਾ ਪੈਸਾ ਸੀ ਉਹ ਅਸੀਂ ਜੰਗਾਂ ਯੁੱਧਾਂ ਤੇ ਖਰਚ ਕਰਕੇ ਆ ਗਏ ਹਾਂ। ਅਬ ਹਮ ਹੋਏ ਰੰਕ ਸਮਾਨਾ। ਮਹਾਰਾਜ ਹੁਣ ਤਾਂ ਸਾਡੀ ਦਸ਼ਾ ਭਿਖਾਰੀਆਂ ਵਰਗੀ ਹੈ, ਹੁਣ ਅਸੀਂ ਭਿਖਾਰੀਆਂ ਦੀ ਹਾਲਤ ਤੋਂ ਵੀ ਬੱਤਰ ਹਾਂ। ਆਏ ਸ਼ਰਨੰ ਸੰਤ ਮਹਾਨਾ। ਤੁਹਾਨੂੰ ਮਹਾਨ ਸੰਤ ਜਾਣ ਕੇ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਸ਼੍ਰੀ ਗੁਰ ਕਹੈ ਕਰਹੋ ਅਸ ਰੀਤੀ। ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੋਲੇ, ਕਹਿੰਦੇ ਫਿਰ ਏਦਾਂ ਕਰੋ, ਕੋਰੋ ਮਟਕਾ ਆਨਸ ਪ੍ਰੀਤੀ। ਏਦਾਂ ਕਰੋ ਵੀ ਇੱਕ ਵੱਡਾ ਮਟਕਾ, ਵੱਡਾ ਮੱਟ, ਮਿੱਟੀ ਦਾ ਕੋਰਾ ਜਿਹੜਾ ਉਹ ਲੈ ਕੇ ਆਓ। ਇਸ ਮ੍ਰਿਗ ਕੋ ਸਭ ਮਾਸ ਸਵਾਰ ਹੋ। ਔਰ ਜਿਹੜਾ ਉਹ ਮਿੱਟੀ ਦਾ ਵੱਡਾ ਦੇਗਾ ਲਿਆ ਕੇ ਨਾ, ਮਿੱਟੀ ਦਾ, ਮਹਾਰਾਜ ਜੀ ਕਹਿੰਦੇ ਉਹ ਲਿਆ ਕੇ ਅੱਗ ਤੇ ਚਾੜ ਦਿਓ। ਤੇ ਆਹ ਜਿਹੜਾ ਹਿਰਨ ਸਾਨੂੰ ਤੁਸੀਂ ਭੇਟ ਕੀਤਾ ਹੈ, ਇਹਦੀ ਸਫਾਈ ਕਰ ਦਿਓ, ਇਹਦੀ ਖੱਲੜੀ ਲਾ ਕੇ ਇਹਨੂੰ ਚੰਗੀ ਤਰ੍ਹਾਂ ਸਵਾਰ ਕੇ ਜਿਹੜਾ ਇਹਦਾ ਮਾਸ ਹੈ ਉਹਨੂੰ ਕੱਟ ਕੇ ਭਲੀ ਪ੍ਰਕਾਰ ਤਾਹੇ ਮਹਿ ਡਾਰ ਹੋ। ਉਸ ਦੇਗੇ ਵਿੱਚ ਪਾ ਕੇ ਇਹਨੂੰ ਰਿੰਨ ਲਓ, ਇਹਦਾ ਲੰਗਰ ਲਾ ਦਿਓ। ਲੰਗਰ ਹੀ ਲਾਉਣਾ ਨਾ। ਮਹਾਰਾਜ ਜੀ ਕਹਿੰਦੇ ਏਦਾਂ ਕਰੋ, ਆ ਜਿਹੜਾ ਹਿਰਨ ਭੇਟ ਕੀਤਾ ਹੈ ਇਹਦਾ ਮਾਸ ਕੱਟ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਸਫਾਈ ਕਰਕੇ, ਇਹਦਾ ਚਮੜਾ ਵੱਖਰਾ ਕਰਕੇ, ਇਹਦੀਆਂ ਅੰਤਾਂ ਪੇਟ ਦੀਆਂ ਪੇਟੀਆਂ ਬਾਹਰ ਕੱਢ ਕੇ, ਇਹਦੇ ਨਿੱਕੇ ਨਿੱਕੇ ਟੁਕੜੇ ਬਣਾ ਕੇ, ਮਾਰ ਕੇ ਤਾਂ ਤੁਸੀਂ ਲੈ ਹੀ ਆਇਓ ਸਾਡੇ ਕੋਲ, ਇਹਨੂੰ ਦੇਗੇ ਵਿੱਚ ਪਾ ਕੇ ਮਸਾਲੇ ਪਾ ਕੇ ਰਿੰਨੋ। ਮਾਰਨ ਸਰਬ ਪਾਏ ਇਸ ਮਾਹੀ। ਮਾਰਨ ਕਹਿੰਦੇ ਆ ਮਸਾਲਿਆਂ ਨੂੰ। ਮਹਾਰਾਜ ਕਹਿੰਦੇ ਮਸਾਲੇ ਆਦਿਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਿੰਨ ਲਵੋ। ਅਗਨ ਬਾਰ ਰੀਦ ਹੋ ਅਬ ਤਾਹੀ। ਔਰ ਅੱਗ ਬਾਲ ਦਿਓ ਥੱਲੇ ਤੇ ਇਹਨੂੰ ਰਿੰਨ ਕੇ ਤਿਆਰ ਕਰੋ। ਇਸ ਪ੍ਰਕਾਰ ਕੀ ਆਇਸ ਸੁਣ ਕੇ। ਮਹਾਰਾਜ ਜੀ ਦੀ ਆਗਿਆ ਜਦੋਂ ਉਸ ਰਾਜਕੁਮਾਰ ਨੇ ਸੁਣੀ, ਕਰਤ ਪਏ ਤਸ ਸਭ ਬਿਦ ਗੁਣ ਕੈ। ਕਹਿਣ ਲੱਗੇ ਜੀ ਚਲੋ ਇਹ ਕੰਮ ਤਾਂ ਅਸੀਂ ਕਰ ਸਕਦੇ ਹਾਂ, ਵੀ ਇਹ ਤਾਂ ਇੱਥੇ ਹਾਜ਼ਰ ਹੀ ਹੈ, ਕੁਝ ਖਰੀਦਣਾ ਨਹੀਂ ਪੈਣਾ ਸਾਨੂੰ, ਮਸਾਲੇ ਆਦਿਕ ਪਾਣੇ ਪੈਣਗੇ ਉਹ ਅਸੀਂ ਪਾ ਲੈਨੇ ਆ। ਮਹਾਰਾਜ ਜੀ ਦੀ ਆਗਿਆ ਮੰਨ ਕੇ ਜਿਹੜਾ ਉਹ ਰਾਜਕੁਮਾਰ ਸੀ ਹਾਂਸੀ ਦਾ, ਜਗਤ ਰਾਏ ਜਿਹਦਾ ਨਾਂ ਦੱਸਿਆ, ਉਹਨੇ ਮਹਾਰਾਜ ਜੀ ਦਾ ਹੁਕਮ ਪਾਲਦਿਆਂ ਹੋਇਆਂ ਇਸੇ ਤਰ੍ਹਾਂ ਕੀਤਾ। ਚੂਲੇ ਕੋ ਕਰ ਮਟਕਾ ਧਾਰਿਓ। ਇਹਨੇ ਚੁੱਲ੍ਹਾ ਤਿਆਰ ਕੀਤਾ, ਪਹਿਲਾਂ ਚੁੱਲ੍ਹੇ 'ਚ ਲੱਕੜ ਆਦਿਕ ਇਕੱਠੀ ਕਰਕੇ ਅੱਗ ਬਾਲੀ, ਔਰ ਮਿੱਟੀ ਦਾ ਇੱਕ ਵੱਡਾ ਦੇਗਾ ਲਿਆ ਕੇ ਉੱਤੇ ਰੱਖਿਆ। ਮਾਸ ਮਿਰਗ ਕੋ ਸਰਬ ਸਵਾਰਿਓ। ਔਰ ਉਹ ਹਿਰਨ ਦਾ ਜਿਹੜਾ ਮਾਸ ਸੀ ਉਹਨੂੰ ਚੰਗੀ ਤਰ੍ਹਾਂ ਸਵਾਰ ਲਿਆ, ਉਹਨੂੰ ਕੱਟ ਕੇ ਨਿੱਕੇ ਨਿੱਕੇ ਉਹਦੇ ਟੁਕੜੇ ਬਣਾ ਲਏ। ਤਾ ਮਹਿ ਪਾਏ ਹੁਤਾਸਨ ਬਾਰਾ। ਔਰ ਉਹਦੇ ਡਲੇ ਬਣਾ ਕੇ ਤੇ ਅੱਗ ਦੇ ਉੱਤੇ ਰੱਖ ਕੇ ਵਿੱਚ ਥੱਲੇ ਅੱਗ ਬਾਲ ਦਿੱਤੀ। ਬਹੁਤੇ ਵਿਪਰਨ ਜਬ ਹੈ ਨਿਹਾਰਾ। ਹੁਣ ਜਦੋਂ ਉਧਰ ਮਾਸ ਰਿੰਨਣ ਲੱਗ ਪਏ, ਹੁਣ ਉਧਰ ਸੂਰਜ ਗ੍ਰਹਿਣ ਦਾ ਮੇਲਾ ਲੱਗਾ, ਬ੍ਰਾਹਮਣਾਂ ਨੂੰ ਇੱਕਦਮ ਪਿੱਸੂ ਪੈ ਗਏ ਵੀ ਆਹ ਕੀ ਕੀਤਾ, ਇਹਦਾ ਪਾਪ ਕਰਤਾ ਇਹਨਾਂ ਨੇ, ਚੁੱਲ੍ਹਾ ਬਾਲ ਦਿੱਤਾ। ਫਿਰ ਕੱਲਾ ਚੁੱਲ੍ਹਾ ਨਹੀਂ ਬਾਲਿਆ, ਉੱਤੇ ਮਾਸ ਰਿੰਨਣ ਲੱਗ ਪਏ ਨੇ ਹਿਰਨ ਦਾ। ਮਹਾਰਾਜ ਜੀ ਨੇ ਬ੍ਰਾਹਮਣਾਂ ਨੂੰ ਆਪਣੇ ਵੱਲ ਖਿੱਚਣਾ ਸੀ, ਮੇਲੇ 'ਚ ਟੁਰੇ ਫਿਰਦੇ ਸੀ, ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸੀ।
ਵੀ ਕਿਸੇ ਤਰੀਕੇ ਨਾਲ ਸਾਰਿਆਂ ਦਾ ਧਿਆਨ ਸਾਡੇ ਵੱਲ ਹੋਵੇਗਾ, ਫਿਰ ਸਾਡੇ ਨਾਲ ਗੱਲਬਾਤ ਹੋਵੇਗੀ, ਫਿਰ ਪਤਾ ਲੱਗੇਗਾ, ਚਰਚਾ ਹੋਵੇਗੀ। ਉਹਨਾਂ ਦਾ ਧਿਆਨ ਖਿੱਚਣ ਵਾਸਤੇ ਸਾਰਿਆਂ ਦਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਾਰੀ ਖੇਡ ਰਚੀ ਹੈ। ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਲਈ ਹਰਿਦੁਆਰ ਗਏ, ਉੱਥੇ ਮਹਾਰਾਜ ਲਹਿੰਦੇ ਵਾਲੇ ਪਾਸੇ ਮੂੰਹ ਕਰਕੇ ਪਾਣੀ ਬੁੱਕ ਭਰ ਕੇ ਸੁੱਟਣ ਲੱਗ ਪਏ। ਕਿਉਂ ਸੁੱਟਣ ਲੱਗ ਪਏ? ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸੀ। ਜਦੋਂ ਆਪਣੇ ਵੱਲ ਧਿਆਨ ਖਿੱਚਣਗੇ ਤਦੇ ਗੱਲ ਸੁਣਨਗੇ ਨਾ। ਉੱਦਾਂ ਤਾਂ ਮੇਲੇ 'ਚ ਮਸਤ ਲੋਕਾਂ ਨੇ ਕਿਹਨੇ ਵੇਖਣਾ ਸੀ ਸਤਿਗੁਰਾਂ ਵੱਲ। ਤੋ ਸਤਿਗੁਰੂ ਜੀ ਨੇ ਸਾਰੀ ਖੇਡ ਰਚੀ। ਜਦੋਂ ਬ੍ਰਾਹਮਣਾਂ ਨੇ ਵੇਖਿਆ ਵੀ ਇਹਨਾਂ ਚੁੱਲ੍ਹਾ ਬਾਲ ਕੇ ਉੱਤੇ ਮੀਟ ਰੱਖ ਲਿਆ, ਮਾਸ ਰਿੰਨਣ ਲੱਗ ਪਏ ਐ, ਉਹ ਜਿੰਨੇ ਬ੍ਰਾਹਮਣ ਸਨ ਇੱਕਦਮ ਬੜੇ ਖਿਜੇ। ਉਹਨਾਂ ਨੇ ਵੇਖ ਕੇ ਇੱਕਦਮ ਬਹੁਤ ਜ਼ਿਆਦਾ ਦੁੱਖ ਮਨਾਇਆ। ਵਿਦਿਆ ਮੈਂ ਪੰਡਿਤ ਬੜ ਮਾਨੀ। ਉਹ ਬ੍ਰਾਹਮਣ ਨੇ ਜਿਹੜੇ ਵਿਦਿਆ 'ਚ ਬੜੇ ਬੜੇ ਮਾਨੀ ਤੇ ਹੰਕਾਰੀ ਬ੍ਰਾਹਮਣ ਸਨ। ਨਿਕਸਿਓ ਧੂਮ ਦੇਖ ਰਿਸ ਠਾਨੀ। ਜਦੋਂ ਉਹਨਾਂ ਨੇ ਧੂਆਂ ਨਿਕਲਦਾ ਵੇਖਿਆ ਵੀ ਧੂਆਂ ਬਲਦਾ, ਚੁੱਲ੍ਹਾ ਬਲਦਾ ਹੈ, ਆਜ ਤਰਨ ਕੋ ਗ੍ਰਹਿਣ ਆਕਾਸ਼ਾ। ਕਹਿੰਦੇ ਅੱਜ ਆਕਾਸ਼ ਵਿੱਚ ਤਰਨ ਨਾਮ ਹੁੰਦਾ ਸੂਰਜ ਦਾ, ਵੀ ਅੱਜ ਸੂਰਜ ਨੂੰ ਗ੍ਰਹਿਣ ਲੱਗਾ ਹੋਇਆ ਆਕਾਸ਼ ਵਿੱਚ। ਇਹ ਅਜਾਨ ਰੀਦਨ ਲਗ ਮਾਸਾ। ਤੇ ਇਹ ਅਣਜਾਣ ਕੌਣ ਹੈ? ਸਤਿਗੁਰਾਂ ਨੂੰ ਅਣਜਾਣ ਹੀ ਦੱਸਦੇ ਆ। ਕਹਿੰਦੇ ਅਣਜਾਣ ਕੌਣ ਹੈ? ਵੀ ਸੂਰਜ ਗ੍ਰਹਿਣ ਲੱਗਾ ਹੋਇਆ ਤੇ ਇਹ ਮਾਸ ਰਿੰਨਣ ਲੱਗ ਪਏ ਨੇ ਇੱਥੇ ਆ ਕੇ। ਇੱਥੇ ਤਾਂ ਉੱਦਾਂ ਨਹੀਂ ਚੁੱਲ੍ਹਾ ਬਾਲੀ ਦਾ, ਰੋਟੀ ਨਹੀਂ ਪਕਾਈ ਦੀ, ਸਤੋਗੁਣੀ ਅੰਨ ਨਹੀਂ ਪਕਾਈ ਦਾ। ਇਹਨਾਂ ਨੇ ਸਤੋਗੁਣੀ ਅੰਨ ਤਾਂ ਕੀ, ਇਹਨਾਂ ਦਾ ਮਾਸ ਰਿੰਨਣਾ ਸ਼ੁਰੂ ਕਰ ਦਿੱਤਾ ਇੱਥੇ। ਇਹ ਤਾਂ ਬੜਾ ਵੱਡਾ ਪਾਪ ਹੈ, ਇਹ ਤਾਂ ਬੜਾ ਵੱਡਾ ਮਹਾਪਾਪ ਹੋ ਰਿਹਾ ਹੈ। ਸੂਰਜ ਗ੍ਰਹਿਣ ਦੇ ਮੇਲੇ ਦੇ ਉੱਤੇ ਕੌਣ ਹੈ ਅਣਜਾਣ ਜਿਹੜਾ ਮਾਸ ਰਿੰਨਣ ਲੱਗ ਪਿਆ? ਲੈ ਕਰ ਕੁੱਤ ਕੇ ਸ਼ਸਤਰ ਅਪਾਰਾ। ਹੁਣ ਉਹ ਜਿੰਨੇ ਲੋਕ ਸੀ ਉਹਨਾਂ ਕੋਲ ਕਿਸੇ ਕੋਲ ਸੋਟਾ ਹੈ, ਕਿਸੇ ਕੋਲ ਸ਼ਸਤਰ ਹੈ, ਕਿਸੇ ਕੋਲ ਤਲਵਾਰ ਹੈ। ਉਹ ਹਥਿਆਰਬੰਦ ਹੋ ਕੇ ਆ ਗਏ, ਇਕੱਠੇ ਹੋ ਕੇ ਆਏ ਨਿਕਟ ਕਹਿ ਕਰਹੋ ਪ੍ਰਹਾਰਾ। ਸਤਿਗੁਰਾਂ ਕੋਲ ਆਏ, ਕਹਿੰਦੇ ਇਹਨੂੰ ਮਾਰ ਦਿਓ। ਕਈਆਂ ਦੇ ਹੱਥਾਂ 'ਚ ਡਾਂਗਾਂ, ਕਈਆਂ ਦੇ ਹੱਥਾਂ ਵਿੱਚ ਹਥਿਆਰ, ਬੜੇ ਗੁੱਸੇ ਵਿੱਚ ਅੱਗ ਦਾ ਭੰਬੂੜਾ ਹੋਏ, ਗੁੱਸੇ ਵਿੱਚ ਆਏ ਇਕੱਠੇ ਹੋ ਕੇ, ਕਹਿੰਦੇ ਇਹਨੂੰ ਮਾਰ ਦਿਓ ਜਿਹਨੇ ਏਡਾ ਵੱਡਾ ਪਾਪ ਕੀਤਾ। ਸੂਰਜ ਗ੍ਰਹਿਣ ਦੇ ਮੇਲੇ ਤੇ ਨੇ ਮਾਸ ਰਿੰਨਣਾ ਸ਼ੁਰੂ ਕਰ ਦਿੱਤਾ। ਬੜੇ ਲੋਕ ਇਕੱਠੇ ਹੋ ਕੇ ਆਏ ਸਤਿਗੁਰਾਂ ਨੂੰ ਮਾਰਨ ਵਾਸਤੇ। ਕੋ ਤੇਰੋ ਹੈ ਵਰਣ ਅਧਰਮੀ। ਆ ਕੇ ਸਤਿਗੁਰਾਂ ਨੂੰ ਕਹਿੰਦੇ, ਉਹ ਅਧਰਮੀਆਂ, ਜਿਹੜੇ ਧਰਮ ਦਾ ਮੂਲ ਨੇ, ਉਹਨਾਂ ਨੂੰ ਇਹ ਲੋਕ ਆ ਕੇ ਅਧਰਮੀ ਸ਼ਬਦ ਨਾਲ ਸੰਬੋਧਨ ਕਰ ਰਹੇ ਨੇ। ਕਹਿੰਦੇ, ਉਹ ਅਧਰਮੀਆਂ, ਤੇਰਾ ਕਿਹੜਾ ਵਰਣ ਹੈ? ਤੂੰ ਕਿਹੜੇ ਵਰਣ ਦਾ ਧਾਰਨੀ ਹੈ? ਕੋ ਕੀਨੋ ਤੈ ਕਰਮ ਕੁਕਰਮੀ। ਆ ਕਿੱਡਾ ਵੱਡਾ ਕੁਕਰਮ ਕੀਤਾ ਤੂੰ, ਇਹ ਕਿੱਡਾ ਵੱਡਾ ਖੋਟਾ ਕੰਮ ਕੀਤਾ। ਦਿਵਸ ਆਜ ਕੇ ਤੁਰਕ ਜੇ ਮਾਨਵ। ਅੱਜ ਦੇ ਦਿਨ, ਅੱਜ ਦਾ ਜਿਹੜਾ ਇਹ ਦਿਨ ਹੈ, ਜਿਹੜੇ ਤੁਰਕ ਲੋਕ ਹੁੰਦੇ ਹਨ, ਸੋ ਭੀ ਤਰਾਸ ਹਿਰਦੈ ਬਹੁ ਠਾਨਵ। ਜਿਹੜੇ ਤੁਰਕ ਨੇ, ਮੁਸਲਮਾਨ ਨੇ, ਉਹ ਵੀ ਨਹੀਂ ਸੂਰਜ ਗ੍ਰਹਿਣ ਦੇ ਮੇਲੇ ਵਾਲੇ ਦਿਨ ਮਾਸ ਨਹੀਂ ਰਿੰਨਦੇ, ਉਹ ਵੀ ਅੱਗ ਨਹੀਂ ਬਾਲਦੇ, ਉਹ ਵੀ ਡਰਦੇ ਨੇ। ਮੁਸਲਮਾਨ ਵੀ ਭੈ ਭੀਤ ਹੁੰਦੇ ਨੇ। ਕਰ ਇਸ਼ਨਾਨ ਦੇਨ ਪੁੰਨ ਦਾਨਾ। ਤੇ ਤੂੰ ਮਨ 'ਚ ਭੈ ਨਹੀਂ ਰੱਖਿਆ, ਤੇਰਾ ਕਿਹੜਾ ਵਰਣ ਹੈ? ਤੇ ਦੁਬਾਰਾ ਪੜੋ ਜੀ। ਕਰ ਇਸ਼ਨਾਨ ਦੇਨ ਪੁੰਨ ਦਾਨਾ। ਇਹ ਸਮਾਂ ਤਾਂ ਦਾਨ ਕਰਨ ਦਾ, ਇਹ ਸਮਾਂ ਤਾਂ ਇਸ਼ਨਾਨ ਕਰਨ ਦਾ। ਕਿਉਂਕਿ ਸੂਰਜ ਗ੍ਰਹਿਣ ਦੇ ਮੇਲੇ ਵਾਲੇ ਦਿਨ ਬਾਹਮਣ ਕਹਿੰਦੇ ਸੀ ਸਾਨੂੰ ਦਾਨ ਕਰੋ ਤਾਂ ਇਹ ਗ੍ਰਹਿਣ ਟਲਣਾ। ਲੋਕ ਵਿਚਾਰੇ ਭੋਲੇ ਭਾਲੇ ਹੁੰਦੇ ਸੀ, ਉਹ ਕਹਿੰਦੇ ਸੀ ਖਬਰੇ ਸੂਰਜ ਏਦਾਂ ਹੀ ਨਾ ਟੱਕਿਆ ਰਹਿ ਜਾਏ। ਉਹ ਕਹਿੰਦੇ ਸੂਰਜ ਤੋਂ ਇਹ ਗ੍ਰਹਿਣ ਤਾਂ ਹਟੇਗਾ ਜਦੋਂ ਤੁਸੀਂ ਸਾਨੂੰ ਦਾਨ ਦਿਓਗੇ। ਲੋਕਾਂ ਕੋਲੋਂ ਖੁੱਲਾ ਦਾਨ ਲੈਣਾ, ਉਹ ਤਾਂ ਇੱਕ ਪ੍ਰਕਿਰਿਆ ਪਰਮੇਸ਼ਰ ਦੀ, ਵੀ ਘੁੰਮਦਿਆਂ ਘੁੰਮਦਿਆਂ ਜਦੋਂ ਕੋਈ ਗ੍ਰਹਿ ਸੂਰਜ ਦੇ ਸਾਹਮਣੇ ਆਉਂਦਾ ਤੇ ਗ੍ਰਹਿਣ ਲੱਗ ਜਾਂਦਾ। ਇਹਨਾਂ ਨੇ ਉਹਦਾ ਬਹਾਨਾ ਬਣਾਇਆ ਹੋਇਆ ਸੀ ਵੀ ਇਹ ਅਸੀਂ ਢੱਕ ਲਿਆ, ਇਹ ਹੁਣ ਤਾਂ ਪਾਸੇ ਹੋਣਾ ਸੂਰਜ ਤੋਂ ਇਸ ਗ੍ਰਹਿਣ ਨੇ ਜਦੋਂ ਦਾਨ ਕਰੋਗੇ, ਇਸ਼ਨਾਨ ਕਰੋਗੇ। ਇੱਦਾਂ ਇਹਨਾਂ ਨੇ ਲੋਕਾਂ ਵਿੱਚ ਆਪਣਾ ਪਖੰਡ ਵਰਤਾਇਆ ਹੋਇਆ ਸੀ। ਕਹਿੰਦੇ ਆਹ ਸਮਾਂ ਤਾਂ ਦਾਨ ਕਰਨ ਦਾ, ਆਹ ਸਮਾਂ ਤਾਂ ਇਸ਼ਨਾਨ ਕਰਨ ਦਾ। ਇਨ ਕਾਜਨ ਕੋ ਕਾਲ ਮਹਾਨਾ। ਇਹਨਾਂ ਕੰਮਾਂ ਵਾਸਤੇ ਇਹ ਸਮਾਂ ਹੈ। ਦੋਹਰਾ ਸੁਨ ਕਰ ਤਿਨ ਤੇ ਸ੍ਰੀ ਗੁਰੂ ਬਚਨ ਕਹੇ ਅਸਰੀਤ। ਜਦੋਂ ਇਹ ਗੁੱਸੇ ਵਿੱਚ ਆਏ ਲੋਕ ਮਹਾਰਾਜ ਜੀ ਨੂੰ ਏਦਾਂ ਬੋਲੇ,
ਸੁਣ ਕੇ ਗਰੀਬ ਨਵਾਜ ਸਤਿਗੁਰੂ ਰਹਿਮਤਾਂ ਦੇ ਸਾਈਂ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ, ਛੁਦਾ ਲਗੀ ਮੋਕੋ ਬੜੀ ਹਿਤ ਆਹਾਰ ਕਿਛ ਕੀਤ। ਮਹਾਰਾਜ ਜੀ ਕਹਿੰਦੇ ਹੋ ਬਾਹਮਣੋ, ਭੁੱਖ ਲੱਗੀ ਸੀ ਸਾਨੂੰ ਤੇ ਭੁੱਖ ਲੱਗਣ ਕਰਕੇ ਅਸੀਂ ਆਪਣੇ ਛਕਣ ਛਕਾਣ ਦਾ ਪ੍ਰਬੰਧ ਕੀਤਾ। ਦੱਸੋ ਇਹਦੇ 'ਚ ਕੀ ਪਾਪ ਕੀਤਾ ਭਾਈ? ਭੁੱਖ ਲੱਗੀ ਸੀ। ਖਾਲਸੇ ਦੇ ਬੋਲੇ 'ਚ ਕਹਿੰਦੇ ਆ ਕੜਾਕਾ ਲੱਗਾ ਸੀ ਸਾਨੂੰ ਭਾਈ, ਤੇ ਕੜਾਕਾ ਦੂਰ ਕਰਨ ਵਾਸਤੇ ਅਸੀਂ ਇਹ ਛਕਣ ਛਕਾਣ ਦਾ ਪ੍ਰਬੰਧ ਕੀਤਾ, ਭੋਜਨ ਦਾ ਪ੍ਰਬੰਧ ਕੀਤਾ। ਚੌਪਈ ਦਿਜ ਤਬ ਬੋਲੇ ਬਚਨ ਕਠੋਰਾ। ਮਹਾਰਾਜ ਜੀ ਦੇ ਬਚਨ ਸੁਣ ਕੇ ਫਿਰ ਉਹ ਬਾਹਮਣ ਬੜੇ ਗੁੱਸੇ 'ਚ ਕਠੋਰ ਬੋਲੇ, ਕਿਆ ਰੀਦਿਓ ਤੁਮ ਤਰਾਸ ਨਾ ਥੋਰਾ। ਕਹਿੰਦੇ ਤੈਨੂੰ ਡਰ ਨਹੀਂ? ਆ ਕੀ ਰਹਿੰਨਿਆ ਤੂੰ ਇਸ ਦੇਗੇ ਵਿੱਚ ਪਾ ਕੇ? ਬਿਨਾ ਬਿਲਮ ਸੇ ਦੇਹੋਂ ਦਿਖਾਈ। ਵਿਖਾਓ ਸਾਨੂੰ ਬਿਨਾ ਦੇਰੀ ਤੂੰ ਇਹਦੇ 'ਚ ਕੀ ਰਹਿੰਨਿਆ? ਨਾ ਤਰ ਤੁਝ ਮਾਰੈ ਏ ਥਾਈ। ਨਹੀਂ ਤਾਂ ਇਸੇ ਜਗ੍ਹਾ ਤੇ ਤੁਹਾਨੂੰ ਅਸੀਂ ਮਾਰਾਂਗੇ। ਤਬ ਜਿਨ ਦੇਖਿਓ ਸੇ ਦ੍ਰਿਜ ਕਹਿ ਕੀ। ਕਹਿੰਦੇ ਜਿਨ੍ਹਾਂ ਨੇ ਵੇਖਿਆ ਸੀ ਬਾਹਮਣਾਂ ਨੇ, ਉਹ ਕੋਲੋਂ ਬੋਲੇ, ਕਹਿਣ ਲੱਗੇ, ਇਸ ਮਟਕੇ ਮਹਿ ਆ ਮਿਖ ਇਹ ਹੀ। ਉਹ ਕਹਿਣ ਲੱਗੇ ਜੀ ਕੀ ਪੁੱਛਦੇ ਹੋ, ਅਸੀਂ ਦੱਸ ਦਿੰਨੇ ਆ। ਇਹਨਾਂ ਨੇ ਇਸ ਮਟਕੇ ਦੇ ਵਿੱਚ, ਦੇਗੇ ਦੇ ਵਿੱਚ ਮਾਸ ਰਿੰਨਿਆ ਹੈ। ਹਮਰੇ ਦੇਖਤ ਇਨਹੈ ਸਵਾਰਾ। ਸਾਡੇ ਵੇਖਦਿਆਂ ਇੱਕ ਹਿਰਨ ਦਾ ਮਾਸ ਇਹਨਾਂ ਨੇ ਸਵਾਰ ਕੇ ਪਾਏ ਬੀਚ ਪਾਵਕ ਕੋ ਬਾਰਾ। ਉਹ ਪਾ ਕੇ ਦੇਗੇ ਵਿੱਚ ਥੱਲੇ ਅੱਗ ਬਾਲੀ ਹੋਈ ਹੈ। ਮਾਰੋ ਇਸੇ ਨਾ ਲਾਵੋ ਬੇਰਾ। ਮਾਰੋ ਇਹਨੂੰ, ਦੇਰੀ ਨਾ ਲਾਓ, ਇਹਨੂੰ ਮਾਰੋ, ਮੁਕਾਓ, ਖਤਮ ਕਰੋ, ਜਿਹਨੇ ਏਡਾ ਵੱਡਾ ਪਾਪ ਕੀਤਾ ਸਾਡੇ ਤੀਰਥ ਤੇ ਆ ਕੇ। ਅਸ ਕੁਕਾਜ ਕੋ ਕਰੈ ਨਾ ਫੇਰਾ। ਤਾਂ ਜੋ ਮੁੜ ਕੇ ਕਦੇ ਕੋਈ ਇਹੋ ਜਿਹਾ ਕੁਕਾਜ ਨਾ ਕਰੇ। ਜਿਹੜਾ ਕੁਕਾਜ ਇਹਨੇ ਕੀਤਾ ਹੈ, ਜਦੋਂ ਇਹਨੂੰ ਮਾਰਾਂਗੇ, ਸਜ਼ਾ ਦੇਵਾਂਗੇ, ਫਿਰ ਕੋਈ ਦੂਜਾ ਨਹੀਂ ਕਰਨ ਲੱਗਾ। ਧਰਮ ਰੀਤ ਇਨ ਦੀਨ ਬੇਗਾਰੀ। ਇਹਨੇ ਧਰਮ ਦੀ ਮਰਿਆਦਾ ਵਿਗਾੜ ਕੇ ਰੱਖ ਦਿੱਤੀ ਹੈ ਸਾਡੇ ਧਰਮ ਨੂੰ। ਆਗ ਨਾ ਹੋਤ ਐਸਨ ਕੋ ਮਾਰੀ। ਕਹਿੰਦੇ ਇਹੋ ਜਿਹਾ ਨੂੰ ਮਾਰਨ ਦਾ ਕੋਈ ਪਾਪ ਨਹੀਂ। ਜੇ ਇਦਾਂ ਦੇ ਬੰਦੇ ਨੂੰ ਮਾਰਾਂਗੇ ਨਾ, ਤੇ ਇਦਾਂ ਦੇ ਬੰਦੇ ਨੂੰ ਮਾਰਨ ਦਾ ਕੋਈ ਪਾਪ ਨਹੀਂ ਲੱਗਦਾ। ਦੋਹਰਾ ਗੁਰੂ ਕਹੈ ਬਲ ਕਰੋ ਜੇ ਹਤਨ ਬਿਖੈ ਹਿਤ ਹੋਏ। ਮਹਾਰਾਜ ਜੀ ਕਹਿੰਦੇ ਹੋ ਭਾਈ ਬ੍ਰਾਹਮਣੋ, ਜੇ ਤੁਹਾਨੂੰ ਮਾਰਨ ਦੇ ਵਿੱਚ ਸਾਡਾ ਹਿੱਤ ਹੈ, ਆਪਣਾ ਹਿੱਤ ਸਮਝਦੇ ਹੋ ਵੀ ਮਾਰ ਕੇ ਤੁਸੀਂ ਬਲ ਦੇ ਨਾਲ ਆਪਣਾ ਹਿੱਤ ਕਰਨਾ ਚਾਹੁੰਦੇ ਹੋ, ਜਿਉ ਮਨ ਹੈ ਤਿਉ ਕਰੋ ਅਬ ਬਰ ਜੜ ਇਹਾ ਨਾ ਕੋਏ। ਮਹਾਰਾਜ ਜੀ ਕਹਿੰਦੇ ਜੋ ਤੁਹਾਡੇ ਚਿੱਤ ਵਿੱਚ ਆਉਂਦਾ ਉਹ ਕਰੋ, ਕੋਈ ਨਹੀਂ ਵਰਜਦਾ ਤੁਹਾਨੂੰ। ਤੁਹਾਡੇ ਬਲ ਹੈ, ਤੁਸੀਂ ਮਾਰਨਾ ਚਾਹੁੰਦੇ ਹੋ, ਕੋਈ ਨਹੀਂ ਰੋਕਦਾ ਤੁਹਾਨੂੰ ਕੋਈ ਨਹੀਂ ਵਰਜਦਾ। ਜਿਵੇਂ ਤੁਹਾਡੇ ਮਨ ਚ ਆਵੇ ਤਿਵੇਂ ਕਰੋ। ਚੌਪਈ ਜੇ ਤੁਮ ਹਮ ਸੋ ਚਰਚਾ ਕਰਨੀ। ਹਾਂ, ਦੂਜਾ ਰਸਤਾ ਇਹ ਹੈ, ਬਲ ਕਰਕੇ ਮਾਰਨਾ, ਕੋਈ ਨਹੀਂ ਵਰਜਦਾ, ਮਾਰੋ। ਦੂਜੀ ਗੱਲ ਇਹ ਹੈ ਵੀ ਜੇ ਚਰਚਾ ਕਰਨੀ ਹੈ, ਬ੍ਰਾਹਮਣ ਹੋ ਤੁਸੀਂ ਸਾਰੇ, ਪੜ੍ਹੇ ਲਿਖੇ ਵਿਦਵਾਨ ਹੋ, ਤੇ ਜੇ ਚਰਚਾ ਕਰਨੀ ਚਾਹੁੰਦੇ ਹੋ ਤੇ ਚਰਚਾ ਕਰੋ। ਸਾਡੇ ਨਾਲ ਦੋ ਗੱਲਾਂ ਨੇ। ਮਾਰਨਾ ਚਾਹੁੰਦੇ ਹੋ ਮਾਰੋ, ਅਸੀਂ ਨਹੀਂ ਰੋਕਦੇ। ਚਰਚਾ ਕਰਨੀ ਹੈ ਤਾਂ ਆ ਜਾਓ, ਸਾਡੇ ਕੋਲ ਆ ਕੇ ਚਰਚਾ ਕਰ ਲਓ। ਧਰਮ ਅਧਰਮ ਰੀਤ ਜਿਉ ਬਰਨੀ। ਚਰਚਾ ਨਾਲ ਪਤਾ ਲੱਗੇਗਾ ਵੀ ਧਰਮ ਕੀ ਹੈ ਤੇ ਅਧਰਮ ਕੀ ਹੈ। ਜਦੋਂ ਤੱਕ ਚਰਚਾ ਨਹੀਂ ਕਰਾਂਗੇ, ਵਿਚਾਰ ਨਹੀਂ ਕਰਾਂਗੇ, ਕਿਵੇਂ ਪਤਾ ਲੱਗੇਗਾ ਧਰਮ ਕੀ ਹੈ ਧਰਮ ਕੀ ਹੈ? ਮਹਾਰਾਜ ਜੀ ਕਹਿੰਦੇ ਚਰਚਾ ਕਰ ਲਓ ਸਾਡੇ ਨਾਲ, ਧਰਮ ਦੀ ਵਿਚਾਰ ਕਰੋ। ਤੋ ਪੰਡਿਤ ਸਭ ਮਿਲ ਸੰਨਿਆਸੀ। ਜਿੰਨੇ ਪੰਡਤ ਤੇ ਉਹ ਸੰਨਿਆਸੀ ਸਨ, ਸਾਰੇ ਮਿਲ ਕੇ ਆਏ ਕਰੋ ਚਰਚਾ ਹਮ ਪਾਸੀ। ਮਹਾਰਾਜ ਜੀ ਕਹਿੰਦੇ ਆਜੋ, ਆ ਕੇ ਸਾਰੇ ਰਲ ਕੇ ਕਰੋ ਚਰਚਾ। ਅਸੀਂ ਇਕੱਲੇ ਬੈਠੇ ਆ, ਤੁਸੀਂ ਸਾਰੇ ਆਜੋ, ਇਕੱਠੇ ਹੋ ਕੇ ਆਪਣੇ ਚੋਂ ਬੰਦੇ ਚੁਣ ਲਓ ਵੀ ਕਿਹੜਾ ਤੁਹਾਡੇ ਚੋਂ ਸਾਰਿਆਂ ਤੋਂ ਵਿਦਵਾਨ ਸੰਨਿਆਸੀ ਹੈ, ਪੰਡਤ ਹੈ, ਉਹ ਆ ਕੇ ਸਾਡੇ ਨਾਲ ਚਰਚਾ ਕਰੋ। ਸੁਨੇ ਸਧੀਰਜ ਬਚਨਾ ਜਬ ਹੀ। ਮਹਾਰਾਜ ਜੀ ਦੇ ਧੀਰਜ ਸਹਿ ਤੇ ਬਚਨ ਜਦੋਂ ਇਹਨਾਂ ਬ੍ਰਾਹਮਣਾਂ ਨੇ, ਸੰਨਿਆਸੀਆਂ ਨੇ ਸੁਣੇ, ਮਿਲ ਆਏ ਪੰਡਿਤ ਜੇ ਸਭ ਹੀ। ਜਿਹੜੇ ਵੱਡੇ ਵੱਡੇ ਪੰਡਤ ਸੀ, ਪੜ੍ਹੇ ਲਿਖੇ ਵਿਦਵਾਨ, ਸ਼ਾਸਤਰਾਂ ਦੇ ਗਿਆਨੀ, ਉਹ ਆਏ ਇਕੱਠੇ ਹੋ ਕੇ। ਦਇਆਵਾਨ ਹੁਤੇ ਸੰਨਿਆਸੀ। ਕਈ ਸੰਨਿਆਸੀ ਵੀ ਸੀ ਜਿਹੜੇ ਦਇਆਵਾਨ ਬਿਰਤੀ ਰੱਖਦੇ ਸਨ। ਅਪਰ ਲੋਕ ਆਏ ਬਹੁ ਪਾਸੀ। ਜਿਹੜੇ ਵਿਦਿਆਵਾਨ ਸੰਨਿਆਸੀ ਸਨ, ਵਿਦਿਆਵਾਨ ਹੁਤੇ ਸੰਨਿਆਸੀ, ਜਿਹੜੇ ਚੰਗੇ ਚੰਗੇ ਵਿਦਵਾਨ ਸੰਨਿਆਸੀ ਸੀ, ਉਹ ਵੀ ਚੱਲ ਕੇ ਆਏ ਬੜੇ ਮਹਾਰਾਜ ਜੀ ਦੇ ਕੋਲ।
ਇਕ ਨਾਨੂ ਸੋ ਪੰਡਿਤ ਭਾਰੀ। ਕੁਰੂਕਸ਼ੇਤਰ ਦਾ ਹੀ ਇੱਕ ਪੰਡਤ ਸੀ ਜਿਹਦਾ ਨਾਮ ਸੀ ਨਾਨੂ ਪੰਡਤ। ਇਹ ਆਪਣੇ ਆਪ ਨੂੰ ਬੜਾ ਵਿਦਵਾਨ ਸਮਝਦਾ ਸੀ। ਇਹ ਨਾਨੂ ਨਾਮ ਦਾ ਪੰਡਤ ਹੈ, ਇਹ ਵੀ ਚੱਲ ਕੇ ਆਇਆ। ਕੀਨ ਦਿਗਵਿਜੈ ਜਗਤ ਮਝਾਰੀ। ਇਹ ਏਡਾ ਵੱਡਾ ਵਿਦਵਾਨ ਸੀ, ਇਹਨੇ ਵੱਡੇ ਵੱਡੇ ਪੰਡਤਾਂ ਨੂੰ ਜਿੱਤਿਆ ਹੋਇਆ ਸੀ। ਨਾਨੂ ਪੰਡਤ ਜਿਹੜਾ ਸੀ ਨਾ, ਇਹ ਦਿਗਵਿਜੈ ਸੀ, ਦਿਸ਼ਾ ਜਿੱਤੀਆਂ ਹੋਈਆਂ ਸੀ ਇਹਨੇ। ਬੜੇ ਬੜੇ ਵਿਦਵਾਨਾਂ ਨੂੰ ਇਹਨੇ ਚਰਚਾ ਕਰਕੇ ਹਰਾਇਆ ਹੋਇਆ ਸੀ। ਪੜਿਓ ਭਵਿਖਤ ਜੋ ਪੁਰਾਨਾ। ਇਹ ਜਿਹੜਾ ਨਾਨੂ ਪੰਡਤ ਹੈ ਨਾ, ਇਹ ਬੜਾ ਚਲਾਕ ਤੇ ਸ਼ਾਤਰ ਪੰਡਤ ਸੀ। ਇਹਨੇ ਭਵਿਖਤ ਪੁਰਾਣ 18 ਪੁਰਾਣ ਨੇ ਖਾਲਸਾ ਜੀ। 18 ਪੁਰਾਣਾਂ ਵਿੱਚੋਂ ਜਿਵੇਂ ਭਾਗਵਤ ਪੁਰਾਣ ਹੈ, ਗਰੁੜ ਪੁਰਾਣ ਹੈ, ਸ਼ਿਵ ਪੁਰਾਣ ਹੈ, ਵਿਸ਼ਨੂੰ ਪੁਰਾਣ ਹੈ, ਇੱਦਾਂ 18 ਪੁਰਾਣ ਨੇ। 18 ਪੁਰਾਣਾਂ ਚੋਂ ਇੱਕ ਪੁਰਾਣ ਹੈ ਭਵਿਖਤ ਪੁਰਾਣ। ਇਹਨੇ ਭਵਿਖਤ ਪੁਰਾਣ ਪੜ੍ਹਿਆ ਹੋਇਆ ਸੀ ਨਾਨੂ ਪੰਡਤ ਨੇ। ਜਿਹ ਮੈਂ ਸ੍ਰੀ ਗੁਰ ਸੁਜਸ ਮਹਾਨਾ। ਖਾਲਸਾ ਜੀ, ਭਵਿਖਤ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਲਯੁਗ ਦੇ ਸਮੇਂ ਵਿੱਚ ਆਪ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਸੰਸਾਰ ਦੇ ਵਿੱਚ ਪ੍ਰਕਾਸ਼ ਧਾਰਨ ਕਰਕੇ ਆਉਣਗੇ ਔਰ ਉਹਨਾਂ ਦਾ ਨਾਮ ਗੁਰੂ ਨਾਨਕ ਹੋਵੇਗਾ। ਇਹ ਬਚਨ ਭਵਿਖਤ ਪੁਰਾਣ 'ਚ ਲਿਖੇ ਹੋਏ। ਐਸਾ ਵੀ ਦੱਸਿਆ ਜਾਂਦਾ ਹੈ ਮੁਸਲਮਾਨਾਂ ਦੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਕਲੀ ਕਾਲ ਵਿੱਚ। ਤੋ ਭਵਿਖਤ ਪੁਰਾਣ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ। ਉਹ ਨਾਨੂ ਪੰਡਤ ਨੇ ਪੜ੍ਹਿਆ ਹੋਇਆ ਸੀ। ਆਪਣੇ ਆਪ ਕੋ 100 ਲੱਖ ਪਾਵਾ। ਲੋਕਾਂ ਵਿੱਚ ਇਹ ਪ੍ਰਚਾਰ ਕਰਦਾ ਸੀ ਵੀ ਉਹ ਨਾਨਕ ਮੈਂ ਹੀ ਆ, ਜਿਹਦੇ ਬਾਰੇ ਭਵਿਖਤ ਪੁਰਾਣ 'ਚ ਲਿਖਿਆ ਹੈ ਕਿ ਗੁਰੂ ਨਾਨਕ ਨਾਮ ਦੇ ਅਵਤਾਰੀ ਪੁਰਸ਼ ਹੋਣਗੇ ਕਲਯੁਗ 'ਚ। ਇਹ ਆਪਣੇ ਆਪ ਦਾ ਪ੍ਰਚਾਰ ਕਰਦਾ ਸੀ ਵੀ ਉਹ ਮੈਂ ਹੀ ਆ। ਹੁਣ ਨਾਨਕ ਤੋਂ ਆਪਣੇ ਆਪ ਨੂੰ ਇਹ ਨਾਨੂ ਕਹਾਣ ਲੱਗ ਪਿਆ। ਆਮ ਕਰਕੇ ਲੋਕਾਂ ਵਿੱਚ ਇਹਨੂੰ ਨਾਨੂ ਪੰਡਤ ਕਹਿੰਦੇ ਸੀ। ਉਦਾਂ ਇਹਨੇ ਆਪਣਾ ਪੂਰਾ ਨਾਂ ਰੱਖਿਆ ਸੀ ਨਾਨਕ ਚੰਦ, ਵੀ ਮੇਰਾ ਨਾਮ ਨਾਨਕ ਚੰਦ ਹੈ, ਮੈਂ ਉਹ ਹਾਂ ਜਿਹਦਾ ਜ਼ਿਕਰ ਭਵਿਖਤ ਪੁਰਾਣ 'ਚ ਹੈ। ਏਦਾਂ ਲੋਕਾਂ ਵਿੱਚ ਇਹ ਪ੍ਰਚਾਰ ਕਰਦਾ ਸੀ ਆਪਣਾ। ਨਾਮ ਸੋ ਨਾਨਕ ਚੰਦ ਧਰਾਵਾ। ਇਹਨੇ ਆਪਣਾ ਨਾਮ ਨਾਨਕ ਚੰਦ ਰਖਾਇਆ ਹੋਇਆ ਸੀ। ਸ਼੍ਰੀ ਨਾਨਕ ਕਲ ਹੋਇ ਅਵਤਾਰਾ। ਕਿ ਜਿਹੜੇ ਸ਼੍ਰੀ ਨਾਨਕ ਜੀ ਕਲਯੁਗ 'ਚ ਅਵਤਾਰ ਹੋਣਗੇ, ਬਹੁਤ ਨਰਨ ਕੋ ਕਰਹਿ ਉਧਾਰਾ। ਜਿਹੜੇ ਬਹੁਤੇ ਜੀਵਾਂ ਦਾ ਉਧਾਰ ਕਰਨਗੇ, ਜੀਵਾਂ ਦੀ ਕਲਿਆਣ ਕਰਨਗੇ। ਸਿਮਰਨ ਨਾਮ ਭਗਤ ਵਿਸਤਾਰ ਹੈ। ਜਿਹੜੇ ਪਰਮੇਸ਼ਰ ਦੇ ਨਾਮ ਦੇ ਸਿਮਰਨ ਦਾ ਤੇ ਭਗਤੀ ਦਾ ਵਿਸਥਾਰ ਕਰਨਗੇ। ਦੰਭ ਕੋ ਕਰਮ ਸਰਬ ਨਿਰਵਾਰ ਹੈ। ਦੰਭ ਪਖੰਡੀਆਂ ਦਾ ਨਾਸ਼ ਕਰਨਗੇ। ਅਸਮਨ ਜਾਨ ਨਾਮ ਨਿਜ ਧਰ ਕੈ। ਕਹਿੰਦਾ ਉਹ ਮੈਂ ਹੀ ਆ। ਏਦਾਂ ਮਨ 'ਚ ਜਾਣ ਕੇ ਇਹਨੇ ਆਪਣਾ ਨਾਮ ਹੀ ਇਹ ਰਖਾ ਲਿਆ। ਨਾਨਕ ਚੰਦ ਹੀ ਆਪਣੇ ਆਪ ਨੂੰ ਇਹਨੇ ਕਹਾਉਣਾ ਸ਼ੁਰੂ ਕੀਤਾ। ਨਾਨਕ ਚੰਦ ਤੋਂ ਹੌਲੇ ਹੌਲੇ ਨਾਨੂ ਨਾਨੂ ਕਰਕੇ ਇਹਨੂੰ ਲੋਕ ਸੰਬੋਧਨ ਕਰਨ ਲੱਗ ਪਏ। ਸੋ ਜਸ ਬਿਥਾਰਤ ਬਚਨ ਉਚਰ ਕੈ। ਆਪਣੀ ਮਹਿਮਾ ਆਪ ਹੀ ਕਰਦਾ ਸੀ ਸੰਸਾਰ 'ਚ। ਆਪਣੀ ਸੋਭਾ ਆਪ ਹੀ ਆਪਣੇ ਮੂੰਹੋਂ ਕਰਦਾ ਸੀ ਵੀ ਮੈਂ ਉਹੀ ਹਾਂ। ਸੋ ਭੀ ਆਏ ਗਇਓ ਤਿਹ ਕਾਲਾ। ਜਦੋਂ ਗਰੀਬ ਨਵਾਜ ਸਤਿਗੁਰੂ ਆਏ ਨੇ ਨਾ ਇੱਥੇ, ਉਹ ਨਾਨੂ ਪੰਡਤ ਵੀ ਆ ਗਿਆ ਉੱਥੇ। ਉਹ ਵੀ ਉੱਥੇ ਮੇਲੇ ਤੇ ਆਇਆ ਹੋਇਆ ਸੀ। ਉਹ ਵੀ ਆ ਗਿਆ ਉਸ ਵੇਲੇ ਉੱਥੇ। ਭਈ ਭੀੜ ਇਸ ਥਾਨ ਬਿਸਾਲਾ। ਬੜੀ ਵੱਡੀ ਭੀੜ ਹੋ ਗਈ ਉੱਥੇ, ਬੜਾ ਵੱਡਾ ਇਕੱਠ ਹੋ ਗਿਆ। ਸ਼੍ਰੀ ਨਾਨਕ ਤਬ ਬਹਿ ਨਹੀਂ ਉਚਾਰੇ। ਦੁਨੀਆ ਇਕੱਠੀ ਹੋ ਕੇ ਮਹਾਰਾਜ ਜੀ ਦੇ ਚਾਰੇ ਪਾਸੇ ਬਹਿ ਗਈ। ਜਿਹੜੇ ਡਾਂਗਾਂ ਸੋਟੇ ਲੈ ਕੇ ਆਏ ਸੀ ਉਹ ਵੀ ਬਹਿ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲ ਸਾਰੇ ਵੇਖਦੇ ਨੇ। ਕੋ ਆਮਿਖ ਹੈ ਮਤੇ ਤੁਮਾਰੇ। ਗੁਰੂ ਨਾਨਕ ਸਾਹਿਬ ਜੀ ਬੋਲੇ। ਉਹ ਜਿਹੜੇ ਪੰਡਤ ਬੈਠੇ ਉਹਨਾਂ 'ਚ ਨਾਨੂ ਪੰਡਤ ਵੀ ਬੈਠਾ ਸੀ। ਬੜੇ ਬੜੇ ਵਿਦਿਆਵਾਨ ਸੰਨਿਆਸੀ ਬੈਠੇ ਸੀ। ਮਹਾਰਾਜ ਜੀ ਕਹਿੰਦੇ ਭਾਈ ਇਹ ਦੱਸੋ ਵੀ ਤੁਹਾਡੇ ਮਤ ਵਿੱਚ ਮਾਸ ਕੀ ਹੈ? ਪਹਿਲਾਂ ਇਹ ਦੱਸੋ, ਤੁਹਾਡੇ ਮਤ ਵਿੱਚ ਤੁਸੀਂ ਮਾਸ ਕਿਸ ਨੂੰ ਮੰਨਿਆ? ਬ੍ਰਾਹਮਣ ਕੋ ਇਹ ਧਰਮ ਅਲਾਵੈ। ਬ੍ਰਾਹਮਣ ਦਾ ਇਹ ਜਿਹੜਾ ਧਰਮ ਦੱਸਿਆ, ਵੇਦ ਪੜੈ ਅਰ ਯੱਗ ਕਰਾਵੈ। ਬ੍ਰਾਹਮਣ ਦਾ ਧਰਮ ਹੈ ਵੇਦ ਪੜ੍ਹਨੇ ਤੇ ਯੱਗ ਕਰਾਉਣਾ। ਛਤਰੀ ਧਰਮ ਜੁਧ ਹਿਤ ਧਰਨਾ। ਜਿਹੜਾ ਛਤਰੀ ਹੈ ਉਹਦਾ ਧਰਮ ਹੈ ਯੁੱਧ ਕਰਨਾ। ਇਹ ਤੁਸੀਂ ਦੱਸਿਆ ਨਾ। ਮਹਾਰਾਜ ਜੀ ਕਹਿੰਦੇ
ਬ੍ਰਾਹਮਣ ਦਾ ਧਰਮ ਤੁਸੀਂ ਦੱਸਦੇ ਹੋ ਵੀ ਯੱਗ ਕਰਨੇ ਤੇ ਵੇਦ ਪੜ੍ਹਨੇ, ਤੇ ਛਤਰੀ ਦਾ ਜਿਹੜਾ ਧਰਮ ਹੈ ਉਹ ਹੈ ਯੁੱਧ ਕਰਨਾ। ਆਮਿਕ ਸੰਗ ਯੱਗ ਕੋ ਕਰਨਾ। ਤੁਸੀਂ ਹੁਣ ਯੱਗ ਕਰਦੇ ਹੋ, ਇਹ ਦੱਸੋ ਵੀ ਯੱਗ ਕਰਨ ਵੇਲੇ ਤੁਸੀਂ ਮਾਸ ਨਹੀਂ ਵਰਤਦੇ? ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ। ਜਦੋਂ ਯੱਗ ਕਰਦੇ ਹੋ ਉਹਦੇ ਚ ਆਹੂਤੀ ਪਾਉਂਦੇ ਹੋ ਮਾਸ ਦੀ। ਅਸਵ ਮੇਧ ਯੱਗ ਕਰੋ ਤਾਂ ਘੋੜੇ ਦੀ, ਗਜ ਮੇਧ ਯੱਗ ਕਰੋ ਤਾਂ ਹਾਥੀ ਦੀ। ਗੈਂਡੇ ਦੀ ਜਿਹੜੀ ਚਮੜੀ ਹੁੰਦੀ ਹੈ ਵਿੱਚੋਂ ਉਹਦੀ ਮਿੱਝ ਲੈ ਕੇ ਉਹ ਵਿੱਚ ਆਹੂਤੀ 'ਚ ਪਾ ਕੇ ਸਾੜਦੇ ਹੋ। ਯੱਗ ਕਰਨ ਵੇਲੇ ਤੁਸੀਂ ਮਾਸ ਦੀ ਵਰਤੋਂ ਕਰਦੇ ਹੋ। ਹਮ ਨਿਜ ਧਰਮ ਬਿਖੈ ਹੈ ਠਾਂਡੇ। ਮਹਾਰਾਜ ਜੀ ਕਹਿੰਦੇ ਅਸੀਂ ਛਤਰੀ ਹਾਂ, ਛਤਰੀ ਧਰਮ ਵਿੱਚ, ਤੇ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹਾਂ। ਤੁਮਨੇ ਪੇਖਤ ਕਿਉਂ ਰਿਸ ਬਾਡੇ। ਤੇ ਛਤਰੀ ਧਰਮ ਦੇ ਵਿੱਚ ਸ਼ਿਕਾਰ ਖੇਡਣਾ ਸੁਭਾਵਕ ਹੈ। ਮਹਾਰਾਜ ਜੀ ਕਹਿੰਦੇ ਛਤਰੀ ਸ਼ਿਕਾਰ ਖੇਡਦਾ, ਛਤਰੀ ਸ਼ਸਤਰਧਾਰੀ ਹੈ, ਯੋਧਾ ਯੁੱਧ ਕਰਦਾ, ਜੰਗ ਕਰਦਾ। ਤੇ ਜੇ ਇਹ ਹੁਣ ਇੱਥੇ ਹਿਰਨ ਦਾ ਮਾਸ ਰਿੰਨਿਆ ਜਾ ਰਿਹਾ ਹੈ ਤੇ ਤੁਸੀਂ ਵੇਖ ਕੇ ਕਿਉਂ ਗੁੱਸਾ ਕਰਦੇ ਹੋ ਭਾਈ? ਕਿਉਂ ਆਪਣੇ ਗੁੱਸੇ ਵਿੱਚ ਅੱਗ ਭੰਬੂਲੇ ਹੁੰਦੇ ਹੋ? ਸੁਣ ਕਰ ਬੋਲੇ ਪੰਡਤ ਸਭ ਹੀ। ਮਹਾਰਾਜ ਜੀ ਦੇ ਬਚਨ ਸੁਣ ਕੇ ਪੰਡਤ ਬੋਲੇ, ਖੱਤਰੀ ਨਿਕਟ ਸ਼ਸਤਰ ਹੋਇ ਸਦ ਹੀ। ਕਹਿਣ ਲੱਗੇ ਜਿਹੜਾ ਖੱਤਰੀ ਹੁੰਦਾ ਛਤਰੀ, ਉਹਦੇ ਕੋਲ ਸ਼ਸਤਰ ਹੁੰਦੇ ਨੇ ਸਾਰੇ। ਕਿਉਂ ਸਤਿਗੁਰਾਂ ਆਖਿਆ ਵੀ ਅਸੀਂ ਛਤਰੀ ਹਾਂ। ਕਲਗੀਧਰ ਨੇ ਵੀ ਕਿਹਾ ਛਤਰੀ ਕੋ ਪੂਤ ਹੋ ਬਾਹਮਣ ਕੋ ਨੈ। ਅਸੀਂ ਛਤਰੀ ਹਾਂ, ਸ਼ਸਤਰਧਾਰੀ ਹਾਂ। ਕਹਿਣ ਲੱਗੇ ਜੀ ਜਿਹੜਾ ਛਤਰੀ ਹੁੰਦਾ ਹੈ ਉਹਦੇ ਕੋਲ ਸ਼ਸਤਰ ਹੁੰਦੇ ਨੇ, ਗਾਤਰੇ ਉਹਦੇ ਕਿਰਪਾਨ ਹੁੰਦੀ ਹੈ, ਤੀਰਾਂ ਦਾ ਪੱਥਾ ਹੁੰਦਾ ਹੈ, ਢਾਲ ਹੁੰਦੀ ਹੈ, ਹੋਰ ਸਾਰੇ ਸ਼ਸਤਰ ਅਸਤਰ ਹੁੰਦੇ ਨੇ। ਹਾਂਜੀ, ਤੁਮਨੇ ਵੇਖ ਫਕੀਰੀ ਲੀਨੋ। ਪਰ ਤੁਹਾਡਾ ਫਕੀਰੀ ਵਾਲਾ ਭੇਸ ਹੈ। ਤੁਹਾਡੇ ਕੋਲ ਤਾਂ ਨਾ ਤਲਵਾਰ ਹੈ, ਨਾ ਤੁਹਾਡੇ ਕੋਲ ਤੀਰ ਕਮਾਨ ਹੈ, ਨਾ ਢਾਲ ਹੈ, ਨਾ ਕੋਈ ਹੋਰ ਸ਼ਸਤਰ ਹੈ। ਤੁਸੀਂ ਤਾਂ ਫਕੀਰਾਂ ਵਾਲਾ ਭੇਖ ਧਾਰਨ ਕੀਤਾ ਹੋਇਆ। ਬਿਨਾ ਸ਼ਸਤਰ ਕਿਉਂ ਛਤਰੀ ਚੀਨੋ। ਸ਼ਸਤਰਾਂ ਤੋਂ ਬਿਨਾਂ ਤੁਸੀਂ ਕਿਵੇਂ ਛਤਰੀ ਹੋ ਸਕਦੇ ਹੋ? ਉਹ ਪੰਡਤ ਮਹਾਰਾਜ ਜੀ ਤੇ ਹੀ ਸ਼ੰਕਾ ਕਰਦੇ, ਕਹਿੰਦੇ ਜੇ ਸ਼ਸਤਰ ਹੀ ਨਹੀਂ ਤੁਹਾਡੇ ਕੋਲ, ਸ਼ਸਤਰਾਂ ਤੋਂ ਬਿਨਾਂ ਤੁਸੀਂ ਛਤਰੀ ਕਿਵੇਂ ਹੋ ਸਕਦੇ ਹੋ? ਗੁਰੂ ਕਹੈ ਆਯੁਧ ਹਮ ਪਾਸੂ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਪੰਡਤ ਜੀ ਸ਼ਸਤਰ ਤਾਂ ਅਸੀਂ ਆਪਣੇ ਕੋਲ ਰੱਖੇ ਹੋਏ ਨੇ। ਉਚਰੈ ਨਾਮ ਸੁਨੋ ਮੈਂ ਤਾਸੂ। ਸੁਣੋ ਨਾ, ਸ਼ਸਤਰਾਂ ਦੇ ਨਾਮ ਹੀ ਦੱਸ ਦਿੰਨੇ ਆ ਤੁਹਾਨੂੰ। ਜਿਹੜੇ ਸ਼ਸਤਰ ਸਾਡੇ ਕੋਲ ਨੇ ਨਾ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਨਾਮ ਹੀ ਦੱਸ ਦਿੰਨੇ ਆ। ਤੀਛਨ ਖੜਗ ਨਾਮ ਕਰਤਾਰਾ। ਮਹਾਰਾਜ ਜੀ ਕਹਿੰਦੇ ਤਿੱਖੀ ਧਾਰ ਵਾਲੀ ਤਲਵਾਰ ਹੈ ਸਾਡੇ ਗਾਤਰੇ। ਕਿਹੜੀ? ਪਰਮੇਸ਼ਰ ਦਾ, ਕਰਤਾਰ ਦਾ ਜਿਹੜਾ ਨਾਮ ਹੈ, ਇਹ ਸਾਡੇ ਗਾਤਰੇ ਵਿੱਚ ਤਿੱਖੀ ਤਲਵਾਰ ਹੈ। ਕਰਤਾਰ ਦਾ ਨਾਮ, ਅਕਾਲ ਪੁਰਖ ਦਾ ਨਾਮ, ਵਾਹਿਗੁਰੂ ਵਾਹਿਗੁਰੂ। ਇਹ ਖੜਗ ਹੈ, ਇਹਨੂੰ ਖੰਡਾ ਕਹਿੰਦੇ ਆ। ਇਹ ਖੰਡਾ ਸਾਡੇ ਗਾਤਰੇ। ਬਹੁਤ ਸਾਰੇ ਸਿੰਘ ਜਦੋਂ ਨਾਮ ਜਪਣਾ ਹੁੰਦਾ ਨਾ, ਵਾਹਿਗੁਰੂ ਵਾਹਿਗੁਰੂ, ਉਹ ਕਹਿੰਦੇ ਚਲੋ ਖੰਡਾ ਖੜਕਾਈਏ। ਖੰਡਾ ਖੜਕਾਣਾ ਕਹਿੰਦੇ, ਕਹਿੰਦੇ ਖੰਡਾ ਖੜਕਾਈਏ। ਕਿਵੇਂ ਖੰਡਾ ਖੜਕਾਉਂਦੇ ਆ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਖੰਡਾ ਖੜਕਣਾ। ਕਹਿੰਦੇ ਆਹ ਖੰਡਾ, ਆਹ ਤਲਵਾਰ ਹੈ ਸਾਡੇ ਗਾਤਰੇ ਤਿੱਖੀ। ਸਤ ਸੰਗਤ ਹਿਤ ਤਨੁਖ ਸੋ ਭਾਰਾ। ਤੇ ਆਹ ਜਿਹੜੀ ਸਤ ਸੰਗਤ ਹੈ, ਸੰਗਤ ਕਰਨੀ, ਇਹ ਸਾਡੇ ਹੱਥ ਵਿੱਚ ਕਠੋਰ ਧਨਖ ਹੈ। ਕਮਾਨ ਨਹੀਂ ਹੁੰਦੀ, ਧਨਖ। ਕਹਿੰਦੇ ਸਾਡੇ ਕੋਲ ਜਿਹੜੀ ਧਨਖ ਹੈ ਉਹ ਇਹ ਹੈ ਜਿਹੜੀ ਸੰਗਤ ਕਰਨੀ ਹੈ। ਸਾਧ ਸੰਗਤ ਵਿੱਚ ਬੈਠਣਾ, ਜੁੜਨਾ, ਕਥਾ ਸੁਣਨੀ, ਕੀਰਤਨ ਸੁਣਨਾ, ਇਹ ਸਾਡੇ ਕੋਲ ਵੱਡੀ ਧਨਖ ਹੈ। ਸਮ ਦਮ ਆਦਿਕ ਬਾਣ ਬਿਸਾਲਾ। ਸਮ ਦਮ, ਸਮ ਦਮ ਕੀ ਹੁੰਦਾ ਹੈ? ਮਨ ਤੇ ਕਾਬੂ ਕਰਨਾ, ਮਨ ਦੇ ਫੁਰਨਿਆਂ ਤੇ ਕਾਬੂ ਕਰਨਾ, ਇਹਨੂੰ ਕਹਿੰਦੇ ਆ ਸਾਮ। ਇੰਦਰੀਆਂ ਤੇ ਕਾਬੂ ਕਰਨਾ, ਅੱਖਾਂ ਨੂੰ ਬੁਰਾ ਵੇਖਣ ਤੋਂ ਰੋਕਣਾ, ਕੰਨਾਂ ਤੋਂ ਨਿੰਦਾ ਸੁਣਨ ਤੋਂ ਰੋਕਣਾ, ਜ਼ੁਬਾਨ ਨੂੰ ਸਵਾਦਾਂ ਤੋਂ ਰੋਕਣਾ, ਹੱਥਾਂ ਨੂੰ ਪੈਰਾਂ ਨੂੰ ਮਾੜੇ ਭੈੜੇ ਥਾਵਾਂ ਤੋਂ ਜਾਣ ਤੋਂ ਜਾਂ ਹੱਥਾਂ ਤੋਂ ਬੁਰਾ ਕਰਨ ਤੋਂ ਇਹਨਾਂ ਇੰਦਰੀਆਂ ਨੂੰ ਰੋਕਣਾ। ਇੰਦਰੀਆਂ ਨੂੰ ਰੋਕਣ ਨੂੰ ਕਹਿੰਦੇ ਆ ਦਮ। ਮਹਾਰਾਜ ਜੀ ਕਹਿੰਦੇ ਆ ਜਿਹੜੇ ਸਮ ਤੇ ਦਮ ਨੇ, ਇਹ ਤੀਰ ਨੇ ਸਾਡੇ ਕੋਲ। ਤੁਸੀਂ
ਇਹਨਾਂ ਪੁੱਛਿਆ ਵੀ ਤੁਹਾਡੇ ਕੋਲ ਸ਼ਸਤਰ ਕੋਈ ਨਹੀਂ? ਮਹਾਰਾਜ ਕਹਿੰਦੇ ਕਿਉਂ ਨਹੀਂ, ਹੈਣ ਨੇ। ਸਾਮ ਦਾਮ ਆਦਿਕ ਜਿਹੜੇ ਸ਼ੁਭ ਗੁਣ ਨੇ ਇਹ ਸਾਡੇ ਕੋਲ ਤੀਰ ਹਨ। ਮ੍ਰਿਗ ਰੂਪੀ ਮਨ ਹੱਥ ਤਤਕਾਲਾ, ਤੇ ਮਨ ਰੂਪੀ ਹਿਰਨ ਨੂੰ ਅਸੀਂ ਮਾਰ ਦਿੱਤਾ ਇੱਕਦਮ। ਇੱਥੇ ਪ੍ਰਤੱਖ ਹਿਰਨ ਪਿਆ ਰਿੰਨਿਆ ਜਾਂਦਾ, ਉਹ ਵੀ ਅੱਗੇ ਕਥਾ ਸੁਣੋਗੇ, ਉੱਥੇ ਹਿਰਨ ਨਹੀਂ ਰਿਹਾ। ਜਦੋਂ ਉੱਤੋਂ ਚੁੱਕ ਕੇ ਵੇਖਿਆ ਢੱਕਣ ਤੇ ਵਿੱਚ ਖੀਰ ਬਣੀ ਹੋਈ ਹੈ। ਬਾਹਮਣ ਕਹਿੰਦੇ ਮਹਾਰਾਜ ਇਹ ਤਾਂ ਸਾਡਾ ਭੋਜਨ ਹੈ ਖੀਰ। ਉਹੀ ਸਾਰੇ ਚਰਨਾਂ ਤੇ ਟਹਿ ਪਏ। ਉਹ ਅੱਗੇ ਆਵੇਗਾ ਬਚਨ। ਮਹਾਰਾਜ ਜੀ ਕਹਿੰਦੇ ਮਨ ਰੂਪੀ ਹਿਰਨ ਨੂੰ ਮਾਰਨਾ, ਮਨ ਰੂਪੀ ਹਿਰਨ ਨੂੰ ਨਿਸ਼ਾਨਾ ਲਾ ਕੇ ਮਾਰਨਾ। ਬ੍ਰਹਮ ਅਗਨ ਮੈਂ ਹੋਮ ਸੋ ਕਰਹੀ, ਬ੍ਰਹਮ ਗਿਆਨ ਦੀ ਅਗਨੀ ਦੇ ਵਿੱਚ ਇਹਦਾ ਹਵਨ ਕਰਨਾ। ਨਿਤਾ ਪ੍ਰਤ ਐਸੇ ਹਿਤ ਧਰਹੀ, ਕਹਿੰਦੇ ਐਸਾ ਨਿਤਾ ਪ੍ਰਤੀ ਆਪਣਾ ਹਿੱਤ ਅਸੀਂ ਧਾਰਨ ਕੀਤਾ। ਸੁਣ ਪੰਡਤ ਪੁਨ ਬਚਨ ਉਚਾਰਾ, ਸਤਿਗੁਰੂ ਜੀ ਦੇ ਬਚਨ ਜਦੋਂ ਇਹਨਾਂ ਪੰਡਤਾਂ ਨੇ ਸੁਣੇ, ਸੁਣ ਕੇ ਬੋਲੇ, ਤੁਮ ਤੋ ਪ੍ਰਗਟ ਮਿਰਗ ਕੋ ਮਾਰਾ। ਕਹਿੰਦੇ ਜੀ ਇਹ ਤਾਂ ਤੁਸੀਂ ਮਨ ਰੂਪੀ ਹਿਰਨ ਦੀ ਗੱਲ ਕਰਦੇ ਹੋ। ਇੱਥੇ ਤਾਂ ਸਾਹਮਣੇ ਮਾਰਿਆ ਹਿਰਨ ਤੁਸੀਂ ਪ੍ਰਤੱਖ, ਇਹ ਤਾਂ ਬਾਹਰ ਟੁਰਦਾ ਫਿਰਦਾ ਹਿਰਨ ਮਾਰਿਆ ਮਹਾਰਾਜ। ਤੁਸੀਂ ਕਹਿੰਦੇ ਹੋ ਮਨ ਰੂਪੀ ਹਿਰਨ ਮਾਰਦੇ ਆ ਅਸੀਂ, ਇੱਥੇ ਤਾਂ ਸਾਹਮਣੇ ਮਾਰ ਕੇ ਤੇ ਨਿੱਕੇ ਨਿੱਕੇ ਡਲੇ ਬਣਾ ਕੇ ਉਹਦੇ ਤੁਸੀਂ ਦੇਗ 'ਚ ਰਿੰਨ ਰਹੇ ਹੋ। ਇਹ ਤਾਂ ਸਾਹਮਣੇ ਹੋ ਰਿਹਾ ਜੀ ਸਾਰਾ ਕੁਝ। ਪਾਤਸ਼ਾਹ ਨੂੰ ਏਦਾਂ ਕਹਿੰਦੇ ਪੰਡਤ, ਰੀਦਤ ਹੋ ਅਬ ਦੇਗ ਚੜਾਏ, ਤੁਸੀਂ ਤਾਂ ਦੇਗ ਤੇ ਚਾੜਿਆ ਵਿੱਚ ਚਾ ਪਾ ਕੇ ਚੰਗੀ ਤਰ੍ਹਾਂ ਮਸਾਲੇ ਰਿੰਨ ਰਹੇ ਹੋ, ਤੇ ਨਾਲੇ ਕਹਿੰਦੇ ਹੋ ਅਸੀਂ ਮਨ ਰੂਪੀ ਹਿਰਨ ਮਾਰਦੇ ਆ। ਆਹ ਜਿਹੜਾ ਬਾਹਰ ਮਾਰਿਆ ਇਹ ਕਿਹੜਾ ਮਨ ਰੂਪੀ ਹਿਰਨ ਸੀ? ਇਹ ਤਾਂ ਦੇਗੇ 'ਚ ਪਾ ਕੇ ਰਿੰਨ ਰਹੇ ਹੋ। ਹਮਕੋ ਔਰ ਹੈ ਰੀਤ ਬਤਾਏ, ਸਾਨੂੰ ਤੁਸੀਂ ਹੋਰ ਹੀ ਰੀਤ ਦੱਸਦੇ ਹੋ, ਕੰਮ ਕੁਝ ਹੋਰ ਪੇ ਕਰਦੇ ਹੋ। ਕਮਲ ਬਦਨ ਬੋਲੇ ਸੁਨ ਕਾਨਾ, ਕਮਲ ਸਰੀਖੇ ਮੁਖੜੇ ਵਾਲੇ ਸਤਿਗੁਰੂ ਜੀ ਸੁਣ ਕੇ ਬੋਲੇ, ਚਤੁਰ ਵੇਦ ਇਸ ਭਾਂਤ ਬਖਾਨਾ। ਮਹਾਰਾਜ ਜੀ ਕਹਿੰਦੇ ਜਿਹੜੇ 4 ਵੇਦ ਨੇ ਬ੍ਰਾਹਮਣੋਂ ਪੜ੍ਹੇ ਨੇ ਨਾ ਤੁਸੀਂ? ਕਹਿੰਦੇ ਜੀ ਹਾਂ ਪੜ੍ਹੇ ਨੇ। ਮਹਾਰਾਜ ਕਹਿੰਦੇ ਫਿਰ ਚੰਗੀ ਤਰ੍ਹਾਂ ਵੇਖੋ 4 ਵੇਦ ਕੀ ਕਹਿੰਦੇ ਨੇ। ਆਖੇਰ ਬ੍ਰਿਤੀ ਖਤਰਨ ਕਹਿ ਕਰਨੀ, 4 ਵੇਦਾਂ 'ਚ ਲਿਖਿਆ ਹੋਇਆ ਧਰਮ ਖੱਤਰੀ ਦਾ, ਕਿ ਜਿਹੜਾ ਛਤਰੀ ਦਾ ਧਰਮ ਹੈ ਉਹ ਸ਼ਿਕਾਰ ਖੇਡਣਾ। ਰਾਜਿਆਂ ਦੀ ਬਿਰਤੀ ਹੈ, ਛਤਰੀ ਰਾਜੇ ਨੇ, ਛਤਰੀ ਦਾ ਧਰਮ ਹੁੰਦਾ ਸ਼ਿਕਾਰ ਖੇਡਣਾ। ਕਥਾ ਜੁਗਨ ਚਾਰੋਂ ਮਹਿ ਬਰਨੀ, 4 ਯੁੱਗਾਂ ਦੇ ਵਿੱਚ ਇਹ ਕਥਾ ਵਰਣਨ ਹੈ ਕਿ ਛਤਰੀ ਸ਼ਿਕਾਰ ਖੇਡਦੇ ਹਨ। ਜੇ ਹੰਕਾਰੀ ਨਰ ਜਗ ਮਾਹੀ, ਜਿਹੜੇ ਹੰਕਾਰੀ ਲੋਕ ਹੁੰਦੇ ਆ ਸੰਸਾਰ ਵਿੱਚ, ਹਿੰਸਾ ਕੋ ਅਗ ਲੱਗ ਹੈ ਤਾਹੀ, ਉਹਨਾਂ ਨੂੰ ਹਿੰਸਾ ਦਾ ਪਾਪ ਲੱਗਦਾ ਹੈ। ਹੰਤਾ ਖੋਏ ਭਏ ਜੇ ਗਿਆਨੀ, ਜਿਨ੍ਹਾਂ ਨੇ ਹੰਕਾਰ ਛੱਡ ਦਿੱਤਾ ਤੇ ਗਿਆਨੀ ਹੋ ਗਏ ਨੇ, ਜਿਹੜੇ ਤਤਵ ਗਿਆਨੀ ਹੋ ਗਏ ਨੇ, ਸਰਬ ਦਵੈਤ ਜੋ ਹਿਰਦੇ ਮਿਟਾਨੀ, ਉਹਨਾਂ ਨੇ ਆਪਣੇ ਅੰਦਰੋਂ ਸਾਰੀ ਦਵੈਸ਼ ਮਿਟਾ ਦਿੱਤੀ ਹੈ, ਦੂਰ ਕਰ ਦਿੱਤੀ ਹੈ। ਪੂਰਨ ਸਤ ਆਤਮਾ ਜਨ ਹੈ, ਉਹਨਾਂ ਨੇ ਪ੍ਰਮਾਤਮਾ ਦੀ ਆਤਮਾ ਨੂੰ ਪਰਿਪੂਰਨ ਕਰਕੇ ਸਾਰਿਆਂ ਵਿੱਚ ਸਤ ਸਰੂਪ ਕਰਕੇ ਵੇਖ ਲਿਆ ਹੈ। ਜਗਤ ਅਸਤ ਸਦਾ ਪਹਿਚਾਨ ਹੈ, ਉਹ ਇਸ ਜਗਤ ਨੂੰ ਅਸਤ ਕਰਕੇ ਵੇਖਦੇ ਆ, ਨਸ਼ਵਰ ਕਰਕੇ ਵੇਖਦੇ ਹਨ। ਤੀਨ ਕਾਲ ਜੇ ਜਗਤ ਅਭਾਊ, 3 ਕਾਲਾਂ ਵਿੱਚ ਇਸ ਜਗਤ ਦਾ ਅਭਾਵ ਹੈ। ਪਹਿਲਾਂ ਨਹੀਂ ਸੀ, ਹੁਣ ਵੀ ਨਹੀਂ ਹੈ, ਅੱਗੇ ਵੀ ਨਹੀਂ ਹੋਵੇਗਾ। ਇਹ ਜਗਤ 3 ਕਾਲਾਂ ਵਿੱਚ ਇਹਦਾ ਅਭਾਵ ਹੈ। ਤਿਨ ਕੋ ਦੋਸ਼ ਨ ਲੱਗ ਹੈ ਕਾਊ, ਜਿਹੜਾ ਏਦਾਂ ਸਮਝ ਲੈਂਦਾ ਉਹਨੂੰ ਕੋਈ ਦੋਸ਼ ਨਹੀਂ ਲੱਗਦਾ। ਉਹ ਸ਼ਿਕਾਰ ਖੇਡੇ ਉਹਨੂੰ ਤਾਂ ਵੀ ਸ਼ਿਕਾਰ ਖੇਡਦਿਆਂ ਜੀਵਾਂ ਨੂੰ ਮਾਰਨ ਦਾ ਪਾਪ ਨਹੀਂ ਲੱਗਦਾ। ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਦੇ ਐ, ਮਹਾਰਾਜ ਜੀ ਨੂੰ ਕਿਸੇ ਜੀਵ ਨੂੰ ਮਾਰਨ ਦਾ ਪਾਪ ਥੋੜੀ ਲੱਗਦਾ। ਜੇ 6ਵੇਂ ਪਾਤਸ਼ਾਹ ਸ਼ਿਕਾਰ ਖੇਡਦੇ, ਕਿਉਂ? ਕਿਉਂਕਿ ਉਹ ਵੇਖਦੇ ਆ ਵੀ ਇਹ ਬਾਹਰਲੇ ਸਰੀਰ ਨਸ਼ਵਰ ਨੇ, ਜਿਹੜੀ ਇਹਨਾਂ ਵਿੱਚ ਚੇਤਨਾ ਹੈ ਉਹ ਤਾਂ ਮਰਦੀ ਨਹੀਂ। ਉਹਨੂੰ ਨਾ ਤੁਸੀਂ ਗੋਲੀ ਨਾਲ ਮਾਰ ਸਕਦੇ ਹੋ, ਉਹਨੂੰ ਨਾ ਤੁਸੀਂ ਤਲਵਾਰ ਨਾਲ ਕੱਟ ਸਕਦੇ ਹੋ। ਜਿਹੜਾ ਗਿਆਨਵਾਨ ਗਿਆਨੀ ਹੈ, ਜਿਹੜਾ ਇਸ ਅਵਸਥਾ 'ਚ ਟਿਕ ਗਿਆ, ਉਹ ਫਿਰ ਇਸ ਭਾਵ ਤੋਂ ਉੱਪਰ ਉੱਠ ਜਾਂਦਾ ਹੈ। ਉਹਨੂੰ ਕਿਸੇ ਹਿੰਸਾ ਦਾ ਪਾਪ ਨਹੀਂ ਵਿਆਪਦਾ। ਜੋ ਅਗਿਆਨੀ ਨਰ ਮਤ ਮੰਦੇ, ਜਿਹੜੇ ਅਗਿਆਨੀ ਲੋਕ ਨੇ, ਮਾੜੀ ਮਤ ਵਾਲੇ ਲੋਕ ਨੇ, ਵਰਨਾਸ਼ਰਮ ਕੇ ਧਰਮ ਹੈ ਫੰਦੇ, ਜਿਹੜੇ ਭਰਮਾਂ 'ਚ ਫਸੇ ਹੋਏ ਨੇ, ਵਰਨ ਆਸ਼ਰਮ ਦੇ ਬੰਧਨਾਂ 'ਚ ਬੰਨੇ ਹੋਏ ਨੇ, ਅੰਤਰ ਮਨ ਚਾਹਤ ਰਸ ਖਾਵਨ, ਉਹ ਆਪਣੇ ਅੰਦਰ ਆਪਣੇ ਮਨ ਦੇ ਵਿੱਚ ਰਸ ਦੇ ਬਿਰਤੀ ਰੱਖ ਕੇ ਵੀ
ਜ਼ੁਬਾਨ ਦੇ ਸਵਾਦ ਵਾਸਤੇ ਖਾਣਾ ਚਾਹੁੰਦੇ ਹੈ। ਬਹੁਤੇ ਲੋਕ ਜ਼ੁਬਾਨ ਦੇ ਸਵਾਦ ਵਾਸਤੇ ਖਾਣਾ ਚਾਹੁੰਦੇ ਹੁੰਦੇ ਹੈ। ਉਹ ਅਕਸਰ ਪੁੱਛਦੇ ਹੁੰਦੇ ਆ ਕੇ, ਗਿਆਨੀ ਜੀ ਇਹਦੇ ਬਾਰੇ ਤੁਹਾਡੀ ਕੀ ਵਿਚਾਰ ਹੈ ਜੀ? ਮੈਂ ਆਖਿਆ ਜੀ ਤੁਸੀਂ ਦੱਸੋ ਜੀ, ਸਾਨੂੰ ਡਾਕਟਰ ਕਹਿੰਦਾ ਖਾਇਆ ਕਰੋ। ਮੈਂ ਆਖਿਆ ਜੀ ਹੁਣ ਤੁਸੀਂ ਮੇਰੇ ਕੋਲੋਂ ਮੋਹਰ ਲਵਾਉਣਾ ਚਾਹੁੰਦੇ ਹੋ ਵੀ ਗਿਆਨੀ ਜੀ ਕਹਿਣ ਹਾਂ ਜੀ ਕੋਈ ਪਾਪ ਨਹੀਂ, ਮੋਹਰ ਲੱਗ ਜੇ, ਸਵਾਦ ਆਪਣੀ ਜ਼ਬਾਨ ਦਾ ਲੈਣਾ, ਲੇਖਾ ਗਿਆਨੀ ਦਿੰਦਾ ਫਿਰੇ। ਇਹ ਕਿੱਥੋਂ ਦਾ ਸੁਭਾਅ ਹੈ ਭਾਈ? ਬਹੁਤੇ ਲੋਕ ਜ਼ੁਬਾਨ ਦੇ ਰਸੀਏ, ਜ਼ੁਬਾਨ ਦੇ ਸਵਾਦੀ, ਜਿਹੜੀ ਚੀਜ਼ ਸਵਾਦ ਲੈ ਕੇ ਖਾਣੀ ਆ ਨਾ, ਉਹ ਤੁਸੀਂ ਭਾਵੇਂ ਪ੍ਰਸ਼ਾਦਾ ਵੀ ਛਕਦੇ ਹੋ ਤਾਂ ਵੀ ਲੇਖਾ ਦੇਣਾ ਪੈਣਾ। ਖਾਲਸਾ ਜੀ, ਭੋਜਨ ਸਰੀਰ ਦੇ ਪਾਲਣੇ ਵਾਸਤੇ ਹੈ, ਰਸ ਲੈਣ ਵਾਸਤੇ ਨਹੀਂ ਹੈ ਕਿ ਤੁਸੀਂ ਜ਼ੁਬਾਨ ਦੇ ਰਸੀਏ ਬਣ ਕੇ ਖਾਓ। ਮਹਾਰਾਜ ਜੀ ਕਹਿੰਦੇ ਜਿਹੜੇ ਅਗਿਆਨੀ ਲੋਕ ਨੇ ਉਹ ਆਪਣੇ ਜ਼ੁਬਾਨਾਂ ਦੇ ਸਵਾਦਾਂ ਦੇ ਪਿੱਛੇ ਪੱਟੇ ਹੋਏ ਏਦਾਂ ਦੇ ਰਸਾਂ ਨੂੰ ਭੋਗਦੇ ਹਨ। ਵਹਿਰ ਤਜੈ ਹਿਤ ਲੋਕ ਦਿਖਾਵਨ। ਕਈ ਇਹੋ ਜਿਹੇ ਵੀ ਹੁੰਦੇ ਐ ਜਿਨ੍ਹਾਂ ਨੇ ਬਾਹਰੋਂ ਲੋਕਾਂ ਨੂੰ ਵਿਖਾਉਣ ਵਾਸਤੇ ਛੱਡਿਆ ਹੁੰਦਾ, ਮਨ ਨਹੀਂ ਛੱਡਦਾ। ਮਨ ਉਹ ਪੁੱਛਦੇ ਰਹਿੰਦੇ ਸੱਜੇ ਖੱਬੇ ਜਾ ਕੇ, ਕੀ ਕਰੀਏ ਜੀ? ਜਿਨ੍ਹਾਂ ਦਾ ਮਨ ਕਰਦਾ ਨਾ ਉਹੀ ਪੁੱਛਣਗੇ ਖਾਣ ਨੂੰ, ਜਿਨ੍ਹਾਂ ਦਾ ਮਨ ਕਰਦਾ ਨਾ ਵੀ ਖਾਈਏ ਉਹੀ ਪੁੱਛਣਗੇ ਬਾਰ-ਬਾਰ, ਕਿਉਂਕਿ ਬਾਹਰੋਂ ਛੱਡਿਆ ਹੁੰਦਾ, ਮਨ ਨਹੀਂ ਛੱਡਦਾ, ਮਨ ਕਰਕੇ ਤਿਆਗ ਨਹੀਂ ਕੀਤਾ ਹੁੰਦਾ। ਸੇ ਮਰ ਜਨਮੈ ਜਗ ਕੇ ਮਾਹੀ। ਜਿਹੜੇ ਇਦਾਂ ਦੇ ਲੋਕ ਨੇ ਵਿਖਾਵਾ ਕਰਨ ਵਾਲੇ, ਪਖੰਡ ਕਰਨ ਵਾਲੇ, ਮਹਾਰਾਜ ਜੀ ਕਹਿੰਦੇ ਜੰਮਦੇ ਮਰਦੇ ਰਹਿੰਦੇ ਹਨ, ਕਬਹੂ ਹੋਤ ਛੁਟਕਾਰਾ ਨਾਹੀ। ਉਹਨਾਂ ਦਾ ਕਦੇ ਛੁਟਕਾਰਾ ਨਹੀਂ ਹੁੰਦਾ, ਉਹ ਕਦੇ ਮੁਕਤ ਨਹੀਂ ਹੁੰਦੇ। ਜਿਹੜੇ ਸਵਾਦਾਂ ਦੇ ਵਿੱਚ ਉਲਝੇ ਹੋਏ ਨੇ, ਲੋਕਾਂ ਨੂੰ ਵਿਖਾਉਣ ਵਾਸਤੇ ਅਸੀਂ ਮਾਸ ਛੱਡਿਆ ਹੋਇਆ, ਉੱਦਾਂ ਠੱਗੀ ਕਰਕੇ ਸਬੂਤਾ ਬੰਦਾ ਖਾ ਜਾਣ ਉਹਦੀ ਕੋਈ ਫਿਕਰ ਕੋਈ ਨਹੀਂ। ਉੱਦਾਂ ਅਸੀਂ ਕੁੱਕੜ ਨਹੀਂ ਖਾਂਦੇ, ਜਿਉਂਦਾ ਜਾਗਦਾ ਬੰਦਾ ਠੱਗ ਕੇ ਖਾ ਲਿਆ। ਇਦਾਂ ਦੀ ਜਿਹੜੀ ਬਿਰਤੀ ਵਾਲੇ ਲੋਕ ਨੇ, ਮਹਾਰਾਜ ਜੀ ਕਹਿੰਦੇ ਉਹ ਮੁਕਤ ਨਹੀਂ ਹੁੰਦੇ। ਤਿਆਗ ਤਾਂ ਬੜੀ ਦੂਰ ਦੀ ਖੇਡ ਹੈ। ਸਤਿਗੁਰੂ ਜੀ ਅੱਗੇ ਸ਼ਬਦ ਉਚਾਰਨ ਕਰ ਰਹੇ ਨੇ, ਪਹਿਲਾਂ ਮਾਸੋ ਨਿੰਮਿਆ, ਮਾਸੈ ਅੰਦਰ ਵਾਸ, ਜੀਉ ਪਾਏ ਮਾਸ ਮੋਹ ਮਿਲਿਆ, ਹੱਡ ਚੰਮ ਤਨ ਮਾਸ, ਮਾਸੋਂ ਬਾਹਰ ਕੱਢਿਆ, ਮੰਮਾ ਮਾਸ ਗਰਾਸ, ਮੂੰਹ ਮਾਸੈ ਕਾ ਜੀਭ ਮਾਸੈ ਕੀ, ਮਾਸੈ ਅੰਦਰ ਸਾਸ, ਵੱਡਾ ਹੋਆ ਵਿਆਹਿਆ, ਘਰ ਲੈ ਆਇਆ ਮਾਸ, ਮਾਸੋਂ ਹੀ ਮਾਸ ਉਪਜੈ, ਮਾਸੋਂ ਸਭੋ ਸਾਕ, ਸਤਿਗੁਰ ਮਿਲਿਆ ਹੁਕਮ ਬੁੱਝੀਐ, ਤਾਂ ਕੋ ਆਵੈ ਰਾਸ, ਆਪ ਛੁੱਟੇ ਨਹਿ ਛੁੱਟੀਐ, ਨਾਨਕ ਬਚਨ ਵਿਨਾਸ਼। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਮਾਸ ਮਾਸ ਕਰ ਮੂਰਖ ਝਗੜੈ, ਗਿਆਨ ਧਿਆਨ ਨਹੀਂ ਜਾਣੈ। ਉਹ ਪਾਵਨ ਬਚਨ ਆਪਾਂ ਅਗਲਿਆਂ ਪ੍ਰਸੰਗਾਂ 'ਚ ਵਿਚਾਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪਾਤਸ਼ਾਹ ਜੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ, ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ